I hope you know me. My name is ਜਸਵੀਰ ਸਿੰਘ। ਇਸ ਵੀਡੀਓ 'ਚ ਆਪਾਂ ਰੀਡਿੰਗ ਐਕਸਪਲੇਨੇਸ਼ਨ ਦੀ ਗੱਲ ਕਰਨ ਜਾ ਰਹੇ ਹਾਂ। ਕੈਂਬਰਿਜ 15 ਟੈਸਟ 3 ਤੇ ਪੈਸੇਜ 3 ਤੇ ਆਈ ਵਿਲ ਟਰਾਈ ਟੂ ਐਕਸਪਲੇਨ ਈਚ ਐਂਡ ਐਵਰੀ ਕੁਐਸਚਨ ਕਿ ਉਹਦੀ ਲੋਕੇਸ਼ਨ ਕਿੱਥੇ ਸੀ ਤੇ ਕਿਉਂ ਉਹਦਾ ਆਨਸਰ ਉਹ ਆਇਆ ਜੋ ਕਿ ਇਹਦਾ ਆਨਸਰ ਹੈਗਾ ਆ। ਤੇ ਇਸ ਵੀਡੀਓ ਦੇ ਵਿੱਚ ਤੁਸੀਂ नीचे कमेंट बॉक्स बिलो ਦੇ ਵਿੱਚ ਇੱਕ ਮੈਂ ਲਿੰਕ ਪ੍ਰੋਵਾਈਡ ਕਰੂੰਗਾ। ਜੇ ਤੁਸੀਂ ਕੋਈ ਪਾਰਟਿਕੂਲਰ ਕੁਐਸਚਨ ਦੇਖਣਾ ਚਾਹੁੰਦੇ ਹੋ ਤਾਂ ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਡਾਇਰੈਕਟਲੀ ਉਸ ਕੁਐਸਚਨ ਦੇ ਰੀਚ ਕਰ ਸਕਦੇ ਹੈਗੇ ਹੋ। ਇੱਕ ਗੱਲ ਹੋਰ, ਜੇ ਤੁਸੀਂ ਹਾਲੇ ਤੱਕ ਇਹ ਰੀਡਿੰਗ ਨਹੀਂ ਕਰੀ, ਕੈਂਬਰਿਜ 15 ਟੈਸਟ 3 ਦਾ ਪੈਸੇਜ ਨਹੀਂ ਕਰਿਆ, ਆਈ ਹਾਈਲੀ ਰੈਕਮੈਂਡ ਕਿ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਪੈਸੇਜ ਕਰਨਾ ਚਾਹੀਦਾ ਹੈਗਾ। ਫਿਰ ਤੁਸੀਂ ਜ਼ਿਆਦਾ ਬੈਟਰ ਵੇ ਦੇ ਨਾਲ ਸਮਝ ਸਕਦੇ ਹੈਗੇ ਹੋ। मैं नीचे अपने डिस्क्रिप्शन ਦੇ ਵਿੱਚ ਜਾਂ ਕਮੈਂਟ ਬਾਕਸ ਬਿਲੋ ਦੇ ਵਿੱਚ ਲਿੰਕ ਪ੍ਰੋਵਾਈਡ ਕਰ ਦੂੰਗਾ ਇਸ ਪੈਸੇਜ ਦਾ। ਤੁਸੀਂ ਇਹਦੀ PDF ਫਾਈਲ ਡਾਊਨਲੋਡ ਕਰਕੇ ਦਾ ਪ੍ਰਿੰਟ ਆਊਟ ਕੱਢ ਕੇ ਪਹਿਲਾਂ ਰੀਡਿੰਗ ਕਰ ਸਕਦੇ ਹੈਗੇ। ਸੋ ਚਲੋ ਆਪਾਂ ਹੁਣ ਸਟਾਰਟ ਕਰਦੇ ਹਾਂ ਰੀਡਿੰਗ ਆਪਣੀ। ਹਾਂਜੀ, ਅੱਜ ਆਪਾਂ ਕਰਨ ਜਾ ਰਹੇ ਹਾਂ ਕੈਂਬਰਿਜ 15 ਟੈਸਟ 3 ਦ ਪੈਸੇਜ 3। ਦ ਪੈਸੇਜ ਹੈਡਿੰਗ ਇਜ਼ ਵਾਈ ਫੈਰੀ ਟੇਲਸ ਆਰ ਰੀਅਲੀ ਸਕੈਰੀ ਟੇਲਸ। ਜਿਹੜੇ ਫੈਰੀ ਟੇਲਸ ਹੁੰਦੇ ਨੇ, ਫੈਰੀ ਟੇਲਸ ਮਤਲਬ ਸਟੋਰੀ ਹੁੰਦਾ, ਫੈਰੀ ਮਤਲਬ ਪਰੀਆਂ। ਜੋ ਪਰੀਆਂ ਦੀਆਂ ਸਟੋਰੀਜ਼ ਨੇ ਉਹ ਇੰਨੀਆਂ ਡਰਾਵਣੀਆਂ ਕਿਉਂ ਨੇ? ਸਕੈਰੀ ਮੀਨਸ ਡਰਾਵਣੀਆਂ। ਓਕੇ, ਸੋ ਇਹਦੇ ਵਿੱਚ ਪਹਿਲਾਂ ਕੁਐਸਚਨ ਦੇਖਦੇ ਹਾਂ ਕਿਹੜੇ ਕਿਹੜੇ ਟਾਈਪ ਦੇ ਕੁਐਸਚਨ ਹੈਗੇ ਆ। ਫਸਟ ਹੈਗਾ ਕਰੈਕਟ ਐਂਡਿੰਗਸ ਨੂੰ ਮੈਚ ਕਰਨਾ ਹੈਗਾ, ਕਰੈਕਟ ਐਂਡਿੰਗਸ ਨੂੰ। ਤੇ ਦੈਨ ਫਿਲਿੰਗ ਦ ਬਲੈਂਕਸ ਵਿਦ ਹਿੰਟਸ। ਸ਼ਬਦ ਅਵੇਲੇਬਲ ਹੈਗੇ ਉਹਨਾਂ ਦੇ ਅਕੋਰਡਿੰਗ ਆਪਣੇ ਦੇਖਣਾ ਹੈਗਾ। ਦੈਟ ਮੀਨਸ ਆਪਾਂ ਨੂੰ ਡਾਇਰੈਕਟ ਸ਼ਬਦ ਇੱਧਰ ਨਹੀਂ ਮਿਲੂਗਾ, ਉਹਦਾ ਸਿਮਿਲਰ ਵਰਡਸ ਉਧਰ ਹੋਣਗੇ, ਪਰ ਇਹਨਾਂ ਵਿੱਚੋਂ ਵਰਡ ਆਪਾਂ ਚੂਜ਼ ਕਰਨਾ ਹੈਗਾ। ਲਾਸਟਲੀ ਵੀ ਹੈਵ MCQs। ਸੋ ਲੈਟ ਅਸ ਸਟਾਰਟ ਵਿਦ ਦ ਪੈਸੇਜ। People of every culture tell each other fairy tales, but the same story often takes a variety of forms in different parts of the world. ये मेरी टेक्निक हैगी आ। मैं ज़्यादा पढ़न नहीं बिलीव करता। ज़्यादा मीन इन द सेंस कि पूरा पैराग्राफ पढ़ने की जरूरत नहीं, उन्ना कुछ पढ़ो जिन्ना कुछ तुहानूं समझ आउंदा हैगा। हुण जिवें मैनूं पहले फुल स्टॉप तक जिन्नी कुछ गल समझ आई आ, मैं इन्नी कुछ गल समझ के कोशिश करूँगा पहले एंडिंग ਨੂੰ ਪੜ੍ਹਨ ਦੇ। ਇਹਨੂੰ ਪੜ੍ਹਨ ਤੋਂ ਬਾਅਦ ਇਹਨਾਂ ਵਿੱਚੋਂ ਆਪਾਂ ਗੈਸ ਵਰਕ ਕਰਨਾ ਹੈਗਾ। ਸਿਮਿਲਰਲੀ ਇੱਧਰ ਹੀ ਪਹਿਲੀ ਲਾਈਨ ਵੀ ਪੜ੍ਹਨ ਦੀ ਕੋਸ਼ਿਸ਼ ਕਰੂੰਗਾ, ਦੇਖੂੰਗਾ ਪਹਿਲੀ ਲਾਈਨ ਦੇ ਨਾਲ ਕੁਛ ਰੈਲੇਵੈਂਟ ਤਾਂ ਨਹੀਂ ਹੈਗਾ। ਸਿਮਿਲਰਲੀ ਇਸ ਦਾ ਪਹਿਲਾ ਕੁਐਸਚਨ ਵੀ ਪੜ੍ਹਨ ਦੀ ਕੋਸ਼ਿਸ਼ ਕਰੂੰਗਾ ਕਿ ਇਹਦੇ ਨਾਲ ਰੈਲੇਵੈਂਟ ਕੁਛ ਹੈ ਤਾਂ ਨਹੀਂ। ਸੋ ਜੇ ਪਹਿਲੀ ਲਾਈਨ ਪੜ੍ਹੀਏ ਆਪਾਂ, ਪਹਿਲੀ ਲਾਈਨ ਦੇ ਵਿੱਚ ਹੀ ਆਪਾਂ ਨੂੰ ਪਹਿਲੀ ਫਿਲਿੰਗ ਦੀ ਬਲੈਂਕਸ ਦਾ ਆਨਸਰ ਮਿਲ ਰਿਹਾ ਹੈ, ਸੌਰੀ ਪਹਿਲੀ ਐਂਡਿੰਗ ਦਾ ਆਨਸਰ ਮਿਲ ਰਿਹਾ ਹੈਗਾ। ਪੀਪਲ ਆਫ ਐਵਰੀ ਕਲਚਰ ਟੈਲ ਈਚ ਅਦਰ ਫੈਰੀ ਟੇਲਸ, ਬਟ the same story often takes a variety of forms in different parts of the world. ਹੁਣ ਜੇ ਆਪਾਂ ਪਹਿਲਾਂ ਦੇਖੀਏ in fairy tales, details of the plot। ਹੁਣ plot ਦਾ ਕਈ ਬੱਚਿਆਂ ਨੂੰ ਮੀਨਿੰਗ ਨਹੀਂ ਪਤਾ ਹੁੰਦਾ। plot ਦਾ ਮਤਲਬ ਸਟੋਰੀ ਹੀ ਹੁੰਦਾ ਹੈਗਾ। ਜਿਵੇਂ ਫਿਲਮ ਦੀ ਸਟੋਰੀ ਹੈ ਤਾਂ ਫਿਲਮ ਦਾ ਪਲਾਟ ਕੀ ਹੈ, ਸੇਮ ਚੀਜ਼ ਹੈਗੀ ਆ। in fairy tales, detail of the plots। ਹੁਣ ਇਹਨੂੰ ਆਪਾਂ ਮੈਚ ਕਰਨਾ। ਹੁਣ ਆਪਾਂ ਕੱਲਾ ਪੜ੍ਹਨ ਦੀ ਸਟਾਰਟ ਕਰੀਏ। ਮੇ ਬੀ ਪ੍ਰੋਵਾਈਡਡ ਥਰੂ ਮੈਥਡਸ ਯੂਜ਼ਡ ਇਨ ਬਾਇਓਲੋਜੀਕਲ ਰਿਸਰਚ। ਇਹਦੀ ਤਾਂ ਗੱਲ ਹੀ ਨਹੀਂ ਹੋਈ ਹੈਗੀ ਹਾਲੇ ਤੱਕ। ਆਰ ਦ ਰੀਜ਼ਨ ਫਾਰ ਦੇਅਰ ਸਰਵਾਈਵਲ, ਇਹਦੀ ਵੀ ਕੋਈ ਗੱਲ ਨਹੀਂ ਹੋਈ। ਸ਼ੋ ਕੰਸੀਡਰੇਬਲ ਗਲੋਬਲ ਵੇਰੀਏਸ਼ਨ। ਕੰਸੀਡਰੇਬਲ ਹੁੰਦੀ ਹੈ ਜਿਹਨੂੰ ਕੰਸੀਡਰ ਕੀਤਾ ਜਾ ਸਕਦਾ। ਗਲੋਬਲ ਵੇਰੀਏਸ਼ਨ ਮਤਲਬ ਹੁੰਦਾ ਜਿਹੜੇ ਚੇਂਜ ਨੇ। ਸੋ ਇਹਦਾ C ਆਨਸਰ ਚਲਾ ਜਾਊਗਾ। ਬਾਕੀ ਆਪਾਂ ਨੀਚੇ ਹੀ ਪੜ੍ਹ ਸਕਦੇ ਹਾਂ, ਬਟ ਡਾਇਰੈਕਟਲੀ ਸ਼ੋ ਹੋ ਰਿਹਾ ਹੈਗਾ। ਇਨ ਫੈਰੀ ਟੇਲਸ ਡਿਟੇਲ ਆਫ ਦਾ ਪਲਾਟ। ਜੋ ਫੈਰੀ ਟੇਲਸ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਪਲਾਟ ਦੀ ਜੋ ਸਟੋਰੀ ਆ ਉਹਦੀ ਡਿਟੇਲ ਆ। ਸ਼ੋ ਕੰਸੀਡਰੇਬਲ ਵੇਰੀਏਸ਼ਨ ਆਲ ਅਕ੍ਰੋਸ ਦਾ ਗਲੋਬ। ਸੋ ਪਹਿਲੀ ਦਾ ਆਨਸਰ ਆਪਣਾ ਲੋਕੇਸ਼ਨ ਇਹ ਸੀ, ਪਹਿਲੀ ਐਂਡਿੰਗ ਦੀ ਲੋਕੇਸ਼ਨ ਇਹ ਆ ਗਈ। ਇੱਥੇ ਕਹਿ ਰਿਹਾ ਵੈਰਾਈਟੀ ਆਫ ਫਾਰਮਸ ਇਨ ਡਿਫਰੈਂਟ ਪਾਰਟਸ ਆਫ ਦਾ ਵਰਲਡ। ਉੱਧਰ ਕਹਿ ਰਿਹਾ ਗਲੋਬਲ ਵੇਰੀਏਸ਼ਨ। ਵੈਰਾਈਟੀ ਆਫ ਫਾਰਮਸ ਮਤਲਬ ਉਹਦੀ ਜਿਹੜੀ ਪਲਾਟ ਆ ਉਹ ਵੇਰੀਏਸ਼ਨ ਸ਼ੋ ਕਰਦਾ ਹੈ। ਕੰਸੀਡਰੇਬਲ ਗਲੋਬਲ ਵੇਰੀਏਸ਼ਨ। ਕਲੀਅਰ। ਸੋ ਇਹਦਾ ਆਨਸਰ ਸੀ C। ਨੈਕਸਟ ਪੜ੍ਹਦੇ ਹੈਗੇ ਆ। ਹੁਣ ਜੇ ਆਪਾਂ ਸਾਰਾ ਪੈਸੇਜ ਪੜ੍ਹਾਂਗੇ ਇਹਦੇ ਰੈਲੇਵੈਂਟ ਕੋਈ ਵੀ ਇਨਫੋਰਮੇਸ਼ਨ ਨਹੀਂ ਹੈਗੀ। ਜੋ ਨੈਕਸਟ ਕੁਐਸਚਨ ਹੈਗਾ ਇਹ ਵਾਲਾ, ਤਹਿਰਾਨੀ ਰਿਜੈਕਟਸ ਦ ਆਈਡੀਆ ਦੈਟ ਦ ਯੂਜ਼ਫੁਲ ਲੈਸਨ ਫਾਰ ਲਾਈਫ ਇਨ ਫੈਰੀ ਟੇਲਸ। ਤਹਿਰਾਨੀ ਰਿਜੈਕਟਸ ਦਾ ਆਈਡੀਆ, ਜਿਹੜਾ ਤਹਿਰਾਨੀ ਹੈ ਉਹ ਆਈਡੀਆ ਰਿਜੈਕਟ ਕਰ ਰਿਹਾ ਦੈਟ ਯੂਜ਼ਫੁਲ ਲੈਸਨਸ ਆਫ ਲਾਈਫ ਇਨ ਫੈਰੀ ਟੇਲਸ, ਜੋ ਕਿ ਯੂਜ਼ਫੁਲ ਲੈਸਨ ਹੁੰਦੇ ਆ
ਫੈਰੀ ਟੇਲ ਦੇ ਵਿੱਚ, ਬਾਤਾਂ ਦੇ ਵਿੱਚ, ਉਹਦਾ ਅੱਗੇ ਆਪਾਂ ਦੇਖਣਾ ਹੈਗਾ ਕੀ ਕਨੈਕਸ਼ਨ ਹੈਗਾ। ਹੁਣ ਜੇ ਆਪਾਂ ਸਾਰਾ ਪੈਸੇ ਪੜ੍ਹਦੇ ਹਾਂ, ਇਹਦੇ ਵਿੱਚ ਇਹਦੇ ਰੈਲੇਵੈਂਟ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਜੇ ਤੁਸੀਂ ਰੀਡਿੰਗ ਕਰੀ ਹੋਈ ਆਲਰੇਡੀ ਤਾਂ ਤੁਹਾਨੂੰ ਪਤਾ ਹੀ ਹੋਊਗਾ ਇਹਦੇ ਰੈਲੇਵੈਂਟ ਕਿਤੇ ਵੀ ਇਨਫੋਰਮੇਸ਼ਨ ਨਹੀਂ ਹੈਗੀ ਇਸ ਚੀਜ਼ ਦੇ। ਈਵਨ ਕਿ ਤਹਿਰਾਨੀ ਦਾ ਨਾਮ ਵੀ ਨਹੀਂ ਆਇਆ ਇਹ ਸਾਰੇ ਪੈਸੇ ਦੇ ਵਿੱਚ। ਸੋ ਇਹ ਪੈਸੇ ਨੂੰ ਆਪਾਂ ਨੂੰ ਪੜ੍ਹਨ ਦੀ, ਵੈਸੇ ਜੋ ਤੁਸੀਂ ਰੀਡਿੰਗ ਕਰ ਰਹੇ ਹੋ ਉਹ ਤਾਂ ਪੜ੍ਹਨਾ ਪੈਣਾ ਹੈਗਾ, ਪਰ ਐਕਸਪਲੇਨੇਸ਼ਨ ਦੇ ਲਈ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਮੇਰਾ ਪੈਸੇਜ ਪੜ੍ਹਿਆ ਹੋਇਆ ਆਈ ਨੋ ਕਿ ਇਹਦੇ ਵਿੱਚ ਆਨਸਰ ਨਹੀਂ ਹੈਗਾ। ਫਿਰ ਆਪਾਂ ਸੈਕਿੰਡ ਪੈਸੇਜ ਤੇ ਆਉਂਦੇ ਹਾਂ, ਦ ਯੂਨੀਵਰਸਲ ਅਪੀਲ। ਪਰ ਜਿਹੜੀ ਮੇਰੀ ਐਕਚੁਅਲ ਟੈਕਨੀਕ ਆ, ਮੈਂ ਅਗਲੀ ਲਾਈਨ ਪੜੂੰਗਾ, ਅਗਲੇ ਫੁੱਲ ਸਟਾਪ ਤੱਕ, ਫਿਰ ਮੈਂ ਇੱਕ ਵਾਰ ਨਿਗਾਹ ਮਾਰੂੰਗਾ ਕਿ ਇਹਦੇ ਰੈਲੇਵੈਂਟ ਗੱਲ ਤਾਂ ਨਹੀਂ ਹੈਗੀ। ਨਾਲ ਦੀ ਨਾਲ ਜਾਂ ਤਾਂ ਆਪਾਂ ਇੱਕ ਵਾਰ ਪੜ੍ਹ ਲੈਂਦੇ ਹੈਗੇ, ਫਿਰ ਤਾਂ ਆਪਾਂ ਨੂੰ ਆਈਡੀਆ ਹੋਇਆ ਜਾਂਦਾ ਹੈਗਾ, ਠੀਕ ਹੈ ਜੀ। ਸੋ ਬਾਰ-ਬਾਰ ਸਫਲਿੰਗ ਚੱਲਦੀ ਰਹਿੰਦੀ ਹੈ ਪੇਜਿਸ ਦੀ। ਇਹ ਸਾਰਾ ਪੈਸੇ ਮੈਂ ਪੜ੍ਹ ਲਿਆ ਸੀ, ਇਹਦੇ ਵਿੱਚ ਇਹਦੇ ਰੈਲੇਵੈਂਟ ਨਹੀਂ ਹੈਗੀ। ਆਪਾਂ ਸਿੱਧਾ ਇੱਥੇ ਆਉਂਦੇ ਹਾਂ, ਦ ਯੂਨੀਵਰਸਲ appeal of these tales is frequently attributed to the idea they contain cautionary ਹੁੰਦਾ ਸਾਵਧਾਨੀ message। the universal appeal of these tales is frequently attributed, ਜਿਹੜੀ ਯਾਨੀ ਕਿ ਜ਼ਿਆਦਾਤਰ ਇਹ ਜਿਹੜੀ ਟੇਲ ਹੈਗੀ ਆ, ਜਿਹੜੀ ਸਟੋਰੀਜ਼ ਨੇ, ਇਹਨਾਂ ਨੂੰ ਯਾਨੀ ਕਿ ਕਨੈਕਟ ਕੀਤਾ ਜਾਂਦਾ ਹੈਗਾ ਕਿ ਇਹਨਾਂ ਵਿੱਚ ਜਿਹੜਾ ਆਈਡੀਆ ਹੁੰਦਾ ਕੌਸ਼ਨਰੀ ਮੈਸੇਜ ਹੁੰਦਾ ਹੈਗਾ, ਜਿਹਨੂੰ ਆਪਾਂ ਮੋਰਲ ਆਫ ਦਾ ਸਟੋਰੀ ਕਹਿ ਦਿੰਦੇ ਹੈਗੇ। ਇਨ ਦੀਜ਼ ਕੇਸਿਸ ਲਿਟਲ ਰੈਡ ਰਾਈਡਿੰਗ ਹੁੱਡ ਸਟੋਰੀ ਆ, ਤੁਸੀਂ YouTube ਤੇ ਸਰਚ ਕਰ ਸਕਦੇ ਹੋ ਸਟੋਰੀ ਦੇ ਬਾਰੇ। ਪਹਿਲਾਂ ਸਟੋਰੀ ਜੇ ਤੁਸੀਂ ਵਾਚ ਕਰ ਲਓ ਤਾਂ ਤੁਹਾਨੂੰ ਪੈਸੇ ਪੜ੍ਹਨਾ ਹੋਰ ਵੀ ਈਜ਼ੀ ਹੋ ਜਾਊਗਾ। ਟੂ ਲਿਸਨ ਟੂ ਯੂਰ ਮਦਰ ਐਂਡ ਅਵੋਇਡ ਟਾਕਿੰਗ ਟੂ ਸਟ੍ਰੇਂਜਰ ਹੁੰਦੇ ਨੇ ਅਣਜਾਣ ਲੋਕ। ਸੋ ਅਣਜਾਣ ਲੋਕਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੇ ਮਦਰ ਨੂੰ ਸੁਣਨਾ ਚਾਹੀਦਾ। ਇਹਦੇ ਵਿੱਚ ਕੁਝ ਕੌਸ਼ਨਰੀ ਮੈਸੇਜ ਸੀ, ਵਾਰਨਿੰਗ ਮੈਸੇਜ ਸੀ। ਇਟ ਮਾਈਟ ਬੀ ਵਟ we find interesting about this story is that it has got the survival relevant information in it। ਜਿਹੜੀ ਯਾਨੀ ਕਿ ਆਪਾਂ ਮਾਈਟ ਹੁੰਦਾ, ਬਹੁਤ ਘੱਟ ਪੋਸੀਬਿਲਿਟੀ ਆ ਕਿ ਜਿਹੜੀ ਇੰਟਰਸਟਿੰਗ ਇਸ ਸਟੋਰੀ ਦੇ ਵਿੱਚ ਆਪਾਂ ਕੁਝ ਇੰਟਰਸਟਿੰਗ ਚੀਜ਼ਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਇਹੀ ਇਹਨਾਂ ਦਾ ਕਾਰਨ ਹੈਗਾ। ਇਹਨਾਂ ਦੇ ਇਟ ਹੈਜ਼ ਗॉट ਦਾ ਸਰਵਾਈਵਲ ਰੈਲੇਵੈਂਟ ਇਨਫੋਰਮੇਸ਼ਨ, ਕਿ ਇਹਨਾਂ ਵਿੱਚ ਕੁਝ ਐਸੀਆਂ ਇਨਫੋਰਮੇਸ਼ਨ ਹੁੰਦੀਆਂ ਨੇ ਜਿਹੜੀਆਂ ਬੰਦੇ ਦੀ ਸਰਵਾਈਵਲ ਦੇ ਲਈ ਜ਼ਰੂਰੀ ਨੇ। ਇਟ ਮਾਈਟ ਬੀ ਵਟ ਵੀ ਫਾਈਂਡ ਇੰਟਰਸਟਿੰਗ ਅਬਾਊਟ ਦਿਸ। ਇਟ ਮਤਲਬ ਕੀ ਆ ਕਿ ਜਿਹੜੇ ਕੌਸ਼ਨਰੀ ਮੈਸੇਜ ਆ ਉਹ ਮੇਬੀ ਇੱਕ ਐਸੀ ਚੀਜ਼ ਹੋ ਸਕਦੀ ਆ, ਵਟ ਵੀ ਫਾਈਂਡ ਇੰਟਰਸਟਿੰਗ ਅਬਾਊਟ, ਜਿਹੜਾ ਕਿ ਆਪਾਂ ਨੂੰ ਲੱਗਦਾ ਇਹਨਾਂ ਸਟੋਰੀਆਂ ਦੇ ਲਈ ਇੰਟਰਸਟਿੰਗ ਹੈਗਾ। ਐਂਡ ਇਟ ਹੈਜ਼ ਗॉट ਦਾ ਸਰਵਾਈਵਲ ਰੈਲੇਵੈਂਟ ਇਨਫੋਰਮੇਸ਼ਨ, ਕਿ ਇਹਨਾਂ 'ਚ ਇੱਕ ਐਸੀ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਜ਼ਿੰਦਗੀ ਨੂੰ ਸਰਵਾਈਵ ਕਰਨ ਲਈ ਜ਼ਰੂਰੀ ਹੁੰਦੀ ਹੈ। ਇੱਥੇ ਤਹਿਰਾਨੀ ਇਹ ਗੱਲ ਕਹਿੰਦਾ ਹੈਗਾ ਇਨ UK। ਮਾਈਟ ਮਤਲਬ ਬਹੁਤ ਘੱਟ ਪੋਸੀਬਿਲਿਟੀ ਹੈ, ਬਟ ਹਿਜ਼ ਰਿਸਰਚ ਸੁਜੈਸਟ ਅਦਰਵਾਈਜ਼। ਹੁਣ ਇਹ ਬੜਾ ਟ੍ਰਿਕੀ ਹੈਗਾ, 90% ਕਿ 99% ਲੋਕ ਇਹ ਕੁਐਸਚਨ ਗਲਤ ਕਰਦੇ ਆ। ਮੈਂ ਵੀ ਕਰਿਆ ਸੀ, ਮੇਰਾ ਵੀ ਗਲਤ ਹੋਇਆ ਸੀ। ਕਿਉਂਕਿ ਇੱਥੇ ਅਦਰਵਾਈਜ਼ ਦਾ ਇੱਕ ਬੜਾ ਸਟਰੋਂਗ ਮੀਨਿੰਗ ਆ ਇਸ ਲਾਈਨ ਦੇ ਵਿੱਚ। ਇਹਦਾ ਆਨਸਰ ਆ ਬਟ ਹਿਜ਼ ਰਿਸਰਚ ਸੁਜੈਸਟ ਅਦਰਵਾਈਜ਼, ਜੋ ਆਪਣਾ ਨੈਕਸਟ ਕੁਐਸਚਨ ਹੈਗਾ। ਅੱਗੇ ਹੈਗਾ, ਤਹਿਰਾਨੀ ਰਿਜੈਕਟਸ ਦਾ ਆਈਡੀਆ ਦੈਟ ਦਾ ਯੂਜ਼ਫੁਲ ਲੈਸਨ ਫਾਰ ਲਾਈਫ ਇਨ ਫੈਰੀ ਟੇਲਸ। ਤਹਿਰਾਨੀ ਰਿਜੈਕਟਸ ਮਤਲਬ ਉਹ ਅਪੋਜ਼ ਕਰਦਾ ਇਸ ਆਈਡੀਆ ਨੂੰ ਕਿ ਜਿਹੜੀ ਯੂਜ਼ਫੁਲ ਲੈਸਨ ਫਾਰ ਲਾਈਫ ਇਨ ਫੈਰੀ ਟੇਲ, ਜੋ ਕਿ ਯੂਜ਼ਫੁਲ ਲੈਸਨ ਹੁੰਦੇ ਆ ਆਪਣਾ ਫੈਰੀ ਟੇਲ ਦੇ ਵਿੱਚ। ਮੇਰਾ ਆਨਸਰ ਗਲਤ ਹੋਇਆ ਹੋਇਆ ਹੈਗਾ, ਇਹਦਾ B ਆਨਸਰ ਹੈਗਾ ਐਕਚੁਅਲੀ, ਇਹਦਾ B ਹੈ ਤੇ ਇਹਦਾ F ਹੈਗਾ। Tehrani rejects the idea that the useful lesson for life in fairy tales are the reason for their survival। देखो ਜਿਹੜੀ ਪਹਿਲਾ ਆ ਜਿਹੜੇ ਯਾਨੀ ਕਿ ਮੂਰੋਂ ਗੱਲ ਸਟਾਰਟ ਹੋਈ ਹੈ, the universal appeal of these tales is frequently attributed to the idea they contain cautionary message, ਕਿ ਜ਼ਿਆਦਾਤਰ ਜਿਹੜੇ ਸਟੋਰੀਜ਼ ਨੇ ਇਸ ਕਰਕੇ ਫੇਮਸ ਨੇ, ਅਪੀਲ ਨੇ, ਮਤਲਬ ਅਲਿਓਰਿੰਗ ਨੇ, ਅਟਰੈਕਟਿਵ ਨੇ, ਕਿਉਂਕਿ ਇਹਨਾਂ ਵਿੱਚ ਇੱਕ ਕੌਸ਼ਨਰੀ ਮੈਸੇਜ ਹੁੰਦਾ ਹੈ। ਉਹ ਮੈਸੇਜ ਕੀ ਹੈ, ਇਹਨਾਂ ਨੇ ਮੈਸੇਜ ਦੱਸਤਾ। ਫਿਰ ਇੱਥੋਂ ਬਾਅਦ ਤਹਿਰਾਨੀ ਦੀ ਗੱਲ ਸਟਾਰਟ ਹੁੰਦੀ ਹੈ। ਤਹਿਰਾਨੀ ਵੀ ਥੋੜ੍ਹਾ ਜਿਹਾ ਕਹਿੰਦਾ ਕਿ ਮੇਬੀ ਇਹ ਕੁਛ ਹੱਦ ਤੱਕ ਇੰਟਰਸਟਿੰਗ ਹੋ ਸਕਦਾ ਕਿ ਇਹਨਾਂ ਦੀ ਸਰਵਾਈਵਲ ਦੇ ਲਈ ਜੋ ਸਰਵਾਈਵਲ ਇਨਫੋਰਮੇਸ਼ਨ ਦੇ ਲਈ ਰੈਲੇਵੈਂਟ ਹੁੰਦਾ ਹੈਗਾ। ਪਰ ਅੱਗੇ ਜਾ ਕੇ ਬਟ ਹਿਜ਼ ਰਿਸਰਚ ਸੁਜੈਸਟ ਅਦਰਵਾਈਜ਼, ਉੱਥੇ ਮੇਬੀ ਹੈ, ਪਰ ਇੱਥੇ ਹੁਣ ਜਿਹੜਾ ਅਦਰਵਾਈਜ਼ ਆ, ਮੈਂ ਇਹਦੇ ਵਿੱਚ ਹੁਣ ਫਰਦਰ ਤੁਹਾਨੂੰ ਗੂਗਲ 'ਤੇ ਸਰਚ ਕਰਕੇ ਦੱਸਦਾ ਕਿ ਅਦਰਵਾਈਜ਼ ਦਾ ਮੀਨਿੰਗ ਕੀ ਆਉਂਦਾ ਹੈਗਾ, ਠੀਕ ਹੈ। ਉਹ ਤੋਂ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਣੀ ਹੈਗੀ। ਅਦਰਵਾਈਜ਼ ਦਾ ਐਗਜ਼ੈਕਟ ਮੀਨਿੰਗ ਕੀ ਹੈ, ਬਟ ਹਿਜ਼ ਰਿਸਰਚ ਸੁਜੈਸਟ
ਇਟ ਇਜ਼ ਨਾਟ ਇਹ ਅਦਰਵਾਈਜ਼ ਨੇ ਹੀ ਇਹਨੂੰ ਆਈਡੀਆ ਨੂੰ ਰਿਜੈਕਟ ਕਰਾਇਆ। ਇੱਥੇ ਅਦਰਵਾਈਜ਼ ਦਾ ਮੀਨਿੰਗ ਇੱਕ ਤਰ੍ਹਾਂ ਕੀ ਹੈਗਾ ਕਿ ਉਹਦੀ ਜਿਹੜੀ ਥਿਊਰੀ ਹੈ ਉਹ ਇਹਨੂੰ ਰਿਜੈਕਟ ਕਰ ਰਹੀ ਹੈਗੀ ਹੈ। ਬੜਾ ਟ੍ਰਿਕੀ ਕੁਐਸਚਨ ਸੀ ਇਹ। ਤਾਂ ਇਹਦਾ ਜਿਹੜਾ ਆਨਸਰ ਆ ਗਿਆ 28ਵੇਂ ਦਾ ਜਿਹੜਾ ਆਨਸਰ ਹੈਗਾ ਦੈਟ ਇਜ਼ ਬੀ। ਵੇਰੀਅਸ ਥਿਊਰੀਜ਼ ਯਾਨੀ ਕਿ ਇਸ ਲਾਈਨ ਦੇ ਵਿੱਚ ਇਹਦਾ ਆਨਸਰ ਹੈਗਾ। ਇੱਥੇ ਅਦਰਵਾਈਜ਼ ਦਾ ਮੀਨਿੰਗ ਤੁਸੀਂ ਕੈਂਬਰਿਜ ਦਾ ਮੀਨਿੰਗ ਪੜ੍ਹ ਕੇ ਦੇਖੋ ਅਦਰਵਾਈਜ਼ ਦਾ, ਫਿਰ ਤੁਹਾਨੂੰ ਬਹੁਤ ਕਲੀਅਰਲੀ ਹੋ ਜਾਣਾ ਹੈਗਾ। ਬਾਕੀ ਮੈਂ ਵੀ ਆਪਣੀ ਵੀਡੀਓ ਵਿੱਚ ਤੁਹਾਨੂੰ ਸ਼ੇਅਰ ਕਰ ਦਿੰਦਾ ਹੈਗਾ ਇਸ ਚੀਜ਼ ਨੂੰ। Various theories about social influence of fairy tales. Various theories about social influence, social significance of ਹਾਂਜੀ ਜੇ ਆਪਾਂ ਗੂਗਲ ਤੇ ਅਦਰਵਾਈਜ਼ ਦਾ ਮੀਨਿੰਗ ਸਰਚ ਕਰੀਏ, ਅਦਰਵਾਈਜ਼ ਐਡਵਰਬ ਵੀ ਹੁੰਦਾ, ਐਡਜੈਕਟਿਵ ਵੀ ਹੁੰਦਾ ਹੈਗਾ। ਪਰ ਮੈਂ ਜਨਰਲੀ ਅੱਜ ਕੱਲ੍ਹ ਕੈਂਬਰਿਜ ਦੀ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਮੀਨਿੰਗ ਦੇਖਣ ਜ਼ਿਆਦਾ ਪ੍ਰੈਫਰ ਕਰਦਾ, ਕਿਉਂਕਿ ਜਿਹੜੀ ਗੂਗਲ ਵਾਲੀ ਅਦਰਵਾਈਜ਼ ਆ ਉਹ ਆਪਾਂ ਨੂੰ ਆਪਣੀ ਪ੍ਰੋਬਲਮ ਦਾ ਸਲਿਊਸ਼ਨ ਨਹੀਂ ਦੇ ਸਕਦੀ ਹੈਗੀ। ਅਦਰਵਾਈਜ਼ ਕੈਨ ਬੀ ਯੂਜ਼ ਐਜ਼ ਕੰਜੰਕਸ਼ਨ, ਪਰ ਆਪਾਂ ਜਿਹੜਾ ਉਹ ਰੀਡਿੰਗ ਦੇ ਵਿੱਚ ਯੂਜ਼ ਕਰਿਆ ਗਿਆ ਉਹਨੂੰ ਐਜ਼ ਅ ਐਡਵਰਬ ਯੂਜ਼ ਕਰਿਆ ਗਿਆ, ਐਜ਼ ਐਨ ਐਡਵਰਬ ਯੂਜ਼ ਕਰਿਆ ਗਿਆ। ਸੋ ਅਦਰਵਾਈਜ਼ ਐਜ਼ ਐਨ ਐਡਵਰਬ ਇਹਦਾ ਮਤਲਬ ਹੁੰਦਾ ਡਿਫਰੈਂਟਲੀ ਔਰ ਇਨ ਅਨਦਰ ਵੇ। ਇੱਥੇ ਵੀ ਹਾਲੇ ਆਪਾਂ ਨੂੰ ਕੁਛ ਨਹੀਂ ਸਮਝ ਆ ਸਕਦਾ, ਪਰ ਜੇ ਆਪਾਂ ਇਹਦੀ ਪਹਿਲੀ ਜਿਹੜੀ ਐਗਜ਼ਾਮਪਲ ਆ ਉਹਨੂੰ ਪੜ੍ਹੀਏ, ਇਹ ਜਿਹੜੀ ਐਗਜ਼ਾਮਪਲ ਆ ਐਗਜ਼ੈਕਟਲੀ ਉਸੇ ਵੇ 'ਚ ਲਿਖੀ ਗਈ ਹੈ ਜਿਸ ਵੇ ਦੇ ਵਿੱਚ ਅਦਰਵਾਈਜ਼ ਨੂੰ ਉਸ ਰੀਡਿੰਗ ਦੇ ਵਿੱਚ ਯੂਜ਼ ਕਰਿਆ ਗਿਆ ਹੈਗਾ। The police believe he is the thief. ਪੁਲਿਸ ਸੋਚਦੀ ਹੈ ਕਿ ਉਹ ਇੱਕ ਚੋਰ ਹੈ। But all the evidence suggests otherwise. ਪਰ ਜਿਹੜੇ ਐਵੀਡੈਂਸ ਨੇ ਉਹ ਉਹਦੇ ਅਗੇਂਸਟ ਨੇ। ਇੱਥੇ ਜੇ ਮੈਂ ਬ੍ਰੈਕਟ ਵਾਲੀ ਚੀਜ਼ ਨੂੰ ਨਾ ਪੜ੍ਹਾਂ ਤਾਂ ਅਦਰਵਾਈਜ਼ ਦਾ ਮੀਨਿੰਗ ਸਮਝਣਾ ਬਹੁਤ ਮੁਸ਼ਕਿਲ ਹੈਗਾ ਹੈ। The police believe he is the thief but all the evidence suggests otherwise. ਪਰ ਇਹ ਅਦਰਵਾਈਜ਼ ਦਾ ਇੱਥੇ ਮੀਨਿੰਗ ਕੀ ਹੈ, ਬ੍ਰੈਕਟ 'ਚ ਪੜ੍ਹੋ ਉਹਨੂੰ, ਦੈਟ ਹੀ ਇਜ਼ ਨਾਟ। ਤਾਂ ਮਤਲਬ ਉਹ ਜਿਹੜੀ ਪੁਲਿਸ ਦਾ ਬਲੀਫ ਆ ਉਹਨੂੰ ਰਿਜੈਕਟ ਕਰ ਰਿਹਾ ਹੈਗਾ। ਐਗਜ਼ੈਕਟਲੀ ਸੇਮ ਸੈਂਸ ਦੇ ਵਿੱਚ ਉਹਨਾਂ ਨੇ ਯੂਜ਼ ਕਰਿਆ ਹੈਗਾ ਆ ਅਦਰਵਾਈਜ਼ ਆਪਣੀ ਰੀਡਿੰਗ ਦੇ ਅੰਦਰ। ਸੋ ਆਪਾਂ ਜੋ ਰੀਡਿੰਗ ਦੇ ਵਿੱਚ ਹੈਗਾ ਉਹ ਹੈਗਾ ਬਟ ਦਿਸ ਰਿਸਰਚ ਸੁਜੈਸਟਸ ਅਦਰਵਾਈਜ਼। ਇੱਥੇ ਹੁਣ ਅਦਰਵਾਈਜ਼ ਦਾ ਤੁਸੀਂ ਮੀਨਿੰਗ ਦੇਖੋ, ਜੋ ਅਦਰਵਾਈਜ਼ ਜਿਸ ਕੰਸੈਪਟ ਦੇ ਨਾਲ ਅਦਰਵਾਈਜ਼ ਉਸ ਐਗਜ਼ਾਮਪਲ ਦੇ ਵਿੱਚ ਜੋ ਮੈਂ ਤੁਹਾਨੂੰ ਕੈਂਬਰਿਜ ਦਾ ਦਿਖਾਇਆ ਉਹਦੇ ਵਿੱਚ ਯੂਜ਼ ਕਰਿਆ ਗਿਆ, ਸੇਮ ਸੈਂਸ ਦੇ ਵਿੱਚ ਇਹਨੂੰ ਯੂਜ਼ ਕਰਿਆ ਗਿਆ ਸੈਂਟੈਂਸ ਦੇ ਐਂਡ ਦੇ ਵਿੱਚ। ਬਟ ਹਿਜ਼ ਰਿਸਰਚ ਸੁਜੈਸਟ ਅਦਰਵਾਈਜ਼। ਇਹ ਜਿਹੜੀ ਉੱਪਰ ਸਾਰੀ ਕਹਾਣੀ ਆ ਇਹ ਉਸ ਤਰ੍ਹਾਂ ਹੈਗੀ ਹੈ ਜਿਵੇਂ ਉਹ ਕਹਿ ਰਹੇ ਹੈ ਦ ਪੁਲਿਸ ਬਿਲੀਵਸ ਦੈਟ ਹੀ ਇਜ਼ ਅ ਥੀਫ। ਯਾਨੀ ਕਿ ਯੂਨੀਵਰਸਲ ਅਪੀਲ ਆ ਉਹ ਬਿਲੀਵ ਕਰਦੀ ਆ ਕਿ ਜਿਹੜੀਆਂ ਸਟੋਰੀਜ਼ ਨੇ ਉਹ ਇੱਕ ਉਹ ਕੌਸ਼ਨਰੀ ਮੈਸੇਜ ਕਰਕੇ ਸਰਵਾਈਵ ਕਰਦੀਆਂ ਨੇ। ਬਟ ਹਿਜ਼ ਰਿਸਰਚ ਸੁਜੈਸਟ ਅਦਰਵਾਈਜ਼। ਪਰ ਜਿਹੜੀ ਉਹਦੀ ਰਿਸਰਚ ਆ ਉਹ ਇਹ ਬਿਲੀਵ ਨਹੀਂ ਕਰਦੀ। ਇਟ ਡਜ਼ ਨਾਟ ਹਿਜ਼ ਰਿਸਰਚ ਸੁਜੈਸਟ ਅਪੋਜਿਟ ਟੂ ਇਟ। ਇਸ ਨੋਟ ਆ ਗਿਆ, ਇਸ ਅਦਰਵਾਈਜ਼ ਦਾ ਮਤਲਬ ਇੱਥੇ ਕੀ ਆ ਗਿਆ, ਨੋਟ ਆ ਗਿਆ। ਆਈ ਹੋਪ ਕਿ ਤੁਹਾਨੂੰ ਇਹ ਕਨਸੈਪਟ ਸਮਝ ਆਇਆ ਹੋਊਗਾ ਕਿ ਅਦਰਵਾਈਜ਼ ਨੂੰ ਆਪਾਂ ਕਿਵੇਂ ਯੂਜ਼ ਕਰਨਾ। ਬੜਾ ਇੰਟਰਸਟਿੰਗ ਯੂਜ਼ ਸੀ ਅਦਰਵਾਈਜ਼ ਦਾ। fairy tales, various theories about social significance of fairy tales. ਅੱਗੇ ਪੜਾਂਗੇ we have this huge gap in our knowledge about the history and prehistory of storytelling despite the fact we know this genre ਕਹਿੰਦੇ ਨੇ type, this type of genre ਦਾ ਮਤਲਬ ਹੁੰਦਾ type is an incredibly ਬਹੁਤ ਜ਼ਿਆਦਾ ancient one, ਬਹੁਤ ਪੁਰਾਣੀ ਹੈਗੀ ਹੈ। He says we have this huge gap in our knowledge, ਆਪਣੀ ਜਿਹੜੀ knowledge ਦੇ ਵਿੱਚ ਬਹੁਤ ਵੱਡਾ gap ਹੈ। we have this huge gap in our knowledge about history and prehistory storytelling ਨੂੰ ਲੈ ਕੇ ਬਹੁਤ ਵੱਡਾ ਆਪਣੀ knowledge ਦੇ ਵਿੱਚ gap ਹੈਗਾ। despite the fact that we know this genre is incredibly ancient, ਨਾਲੇ ਆਪਾਂ ਨੂੰ ਪਤਾ ਹੈਗਾ, ਭਾਵੇਂ ਕਿ ਆਪਾਂ ਨੂੰ ਪਤਾ ਹੈਗਾ ਕਿ ਇਹ ਬਹੁਤ ਹੀ ਪੁਰਾਣਾ ancient idea ਜਾਂ story ਹੈਗੀ ਹੈ। ਠੀਕ ਹੈ, ਇਹਦੇ ਵਿੱਚ ਹੀ ਤੁਹਾਡੇ ਸੈਕਿੰਡ ਕੁਐਸਚਨ ਦਾ ਆਨਸਰ ਪਿਆ ਹੋਇਆ ਹੈਗਾ। ਥੋੜ੍ਹਾ ਜਿਹਾ ਅੱਗੇ ਜਾ ਕੇ ਵੀ ਕਨੈਕਟ ਹੁੰਦਾ ਹੈਗੀ ਇਹ ਚੀਜ਼ ਨੂੰ। ਜਿਹੜਾ ਨੈਕਸਟ ਕੁਐਸਚਨ ਹੈਗਾ ਉਹਦਾ ਸਾਰਾ ਆਨਸਰ ਇਸੇ ਚੀਜ਼ ਦੇ ਵਿੱਚ ਹੈਗਾ। ਇੱਥੇ ਤੱਕ ਡਿਵਾਈਜ਼ਿੰਗ ਥਿਊਰੀ that hasn't stopped anthropologists and folklorists and other academics devising theories to explain the importance of fairy tales in human society. ठीक है जी,
ਤਾਂ ਇੱਕ ਡਿਵਾਈਜ਼ਿੰਗ ਥਿਊਰੀ ਆਪਾਂ ਇਮੈਜੀਨੇਸ਼ਨ ਥਿਊਰੀ, ਡਿਵਾਈਜ਼ਿੰਗ ਦਾ ਮਤਲਬ ਇਮੈਜੀਨੇਸ਼ਨ ਹੁੰਦਾ, ਇਮੈਜਿਨਿੰਗ ਥਿਊਰੀ ਮੀਨਸ ਕਿਤੇ ਕਲੀਅਰਲੀ ਇਹ ਤੁਹਾਨੂੰ ਜਾਣੀ ਕਿ ਇਹਦਾ ਆਨਸਰ ਨਹੀਂ ਮਿਲਣਾ ਹੈਗਾ। ਵੇਰੀਅਸ ਥਿਊਰੀਜ਼ ਅਬਾਊਟ ਦਾ ਸੋਸ਼ਲ ਸਿਗਨੀਫਿਕੈਂਸ ਆਫ ਫੈਰੀ ਟੇਲਸ, ਇਹਦਾ ਜਿਹੜਾ ਆਨਸਰ ਹੈਗਾ ਦੈਟ ਇਜ਼ ਹੈਵ ਬੀਨ ਡਿਵੈਲਪਡ ਵਿਦਾਊਟ ਫੈਕਚੁਅਲ ਬੇਸਿਸ। ਕਿਸੇ ਵੀ ਫੈਕਚੁਅਲ ਮਤਲਬ ਫੈਕਚੁਅਲ ਬੇਸ ਹੁੰਦੇ ਨੇ ਜਿਹੜੇ ਕੋਈ ਰੀਅਲ ਬੇਸ ਹੋਵੇ, ਕੋਈ ਫੈਕਟਸ ਹੋਣ, ਉਹਨੂੰ ਫੈਕਟ ਤੋਂ ਬਣਿਆ ਫੈਕਚੁਅਲ ਬੇਸਿਸ ਬਣਿਆ, ਕੋਈ ਫੈਕਟਸ ਨਹੀਂ ਹੈਗੇ ਕਿ ਉਹ ਸਟੋਰੀਜ਼ ਕਿਵੇਂ ਡਿਵੈਲਪ ਹੁੰਦੀਆਂ ਹੈਗੀਆਂ ਨੇ। ਵੇਰੀਅਸ ਥਿਊਰੀਜ਼ ਅਬਾਊਟ ਦਾ ਸੋਸ਼ਲ ਸਿਗਨੀਫਿਕੈਂਸ ਆਫ ਫੈਰੀ ਟੇਲਸ, ਜਿਹੜਾ ਯਾਨੀ ਕਿ ਜ਼ਿਆਦਾਤਰ ਥਿਊਰੀਜ਼ ਨੇ ਸੋਸ਼ਲ ਸਿਗਨੀਫਿਕੈਂਸ ਆਫ ਫੈਰੀ ਟੇਲਸ ਨੂੰ ਲੈ ਕੇ ਉਹ ਡਿਵੈਲਪ ਹੋਈਆਂ ਨੇ ਵਿਦਾਊਟ ਫੈਕਚੁਅਲ ਬੇਸਿਸ, ਕਿਸੇ ਵੀ ਫੈਕਚੁਅਲ ਬੇਸਿਸ ਤੋਂ ਬਿਨਾਂ। ਤਾਂ ਇਸ ਚੀਜ਼ ਦੇ ਅੰਦਰ ਇਹਦਾ ਆਨਸਰ ਹੈਗਾ ਵੀ ਹੈਵ ਦਿਸ ਹਿਊਜ ਗੈਪ ਇਨ ਆਵਰ ਨੌਲੇਜ ਅਬਾਊਟ ਹਿਸਟਰੀ ਐਂਡ ਪ੍ਰੀ ਹਿਸਟਰੀ ਆਫ ਸਟੋਰੀ ਟੈਲਿੰਗ। ਤੇ ਆਪਣੇ ਯਾਨੀ ਕਿ ਨੌਲੇਜ ਦਾ ਗੈਪ ਹੈਗਾ ਆ ਸਟੋਰੀ ਯਾਨੀ ਕਿ ਹਿਸਟਰੀ ਆਫ ਸਟੋਰੀ ਟੈਲਿੰਗ ਨੂੰ ਲੈ ਕੇ, ਡਿਸਪਾਈਟ ਦਾ ਫੈਕਟ ਵੀ ਨੋ ਦਿਸ ਜਨਰਾ ਇਜ਼ ਐਨ ਇਨਕ੍ਰੈਡੀਬਲੀ ਐਂਸ਼ੀਐਂਟ ਵਨ। ਭਾਵੇਂ ਕਿ ਆਪਾਂ ਨੂੰ ਪਤਾ ਕਿ ਬੜਾ ਹੀ ਪੁਰਾਣਾ ਸਟੋਰੀ ਹੈਗੀ ਹੈ। ਜਨਰਾ ਮਤਲਬ ਇਸ ਟਾਈਪ ਦੀਆਂ ਸਟੋਰੀਆਂ ਕਿਨੇ ਬੜੀਆਂ ਪੁਰਾਣੀਆਂ ਨੇ। that hasn't stopped anthropologists and other academics devising theories to explain the importance of fairy tales in human society। ਹਿਊਮਨ ਸੋਸਾਇਟੀ ਵਿੱਚ ਇਹਨਾਂ ਦਾ ਕੀ ਰੋਲ ਹੈਗਾ, ਇਮੈਜਿਨਰੀ ਕੀ ਥਿਊਰੀਜ਼ ਹੈਗੇ ਨੇ, ਉਹਨਾਂ ਨੂੰ ਮੀਨਸ ਸਟਾਪ ਨਹੀਂ ਕਰਿਆ, ਉਹ ਚੀਜ਼ਾਂ ਉੱਤੇ ਕੰਮ ਕਰ ਰਹੇ ਹਨ। ਤਾਂ ਇੱਥੇ ਮਤਲਬ ਕਹਿਣ ਦਾ ਭਾਵ ਇਹ ਹੈਗਾ ਕਿ ਕੋਈ ਫੈਕਚੁਅਲ ਫੈਕਟਸ ਨਹੀਂ ਹੈਗੇ, ਉਹ ਥਿਊਰੀ ਦੇ ਰਿਗਾਰਡਿੰਗ ਸਭ ਇਮੈਜੀਨੇਸ਼ਨ ਹੀ ਚੱਲ ਰਿਹਾ ਹੈਗਾ। ਬਾਕੀ ਕੁਝ ਹੋਰ ਇਹਦੇ ਰੈਲੇਵੈਂਟ ਨਹੀਂ ਸੀ ਹੈਗਾ, ਇਹ ਵੀ ਇੱਕ ਕਾਰਨ ਹੈਗਾ ਕਿ ਆਪਾਂ ਇਹਨੂੰ ਹੀ ਆਨਸਰ ਲਾਵਾਂਗੇ ਕਿਉਂਕਿ ਹੋਰ ਇਹਨਾਂ ਵਿੱਚੋਂ ਕੋਈ ਵੀ ਰੈਲੇਵੈਂਟ ਲੱਗ ਨਹੀਂ ਰਿਹਾ ਹੈਗਾ। ਠੀਕ ਹੈ, ਜਦੋਂ ਕੋਈ ਡਾਇਰੈਕਟਲੀ ਲੱਗਦਾ ਹੁੰਦਾ ਫਿਰ ਆਪਾਂ ਉਹਨੂੰ ਲਾਉਂਦੇ, ਇਸ ਕਰਕੇ ਆਪਾਂ ਇਸ ਨੂੰ ਲਾਇਆ ਹੈਗਾ। ਠੀਕ ਹੈ ਜੀ। 30th ਕੁਐਸਚਨ ਹੈਗਾ ਇਨਸਾਈਟਸ ਇਨਟੂ ਦ ਡਿਵੈਲਪਮੈਂਟ ਆਫ ਫੈਰੀ ਟੇਲ। ਇਨਸਾਈਟਸ ਇਨਟੂ ਦ ਡਿਵੈਲਪਮੈਂਟ ਆਫ ਫੈਰੀ ਟੇਲ, ਇਹਦਾ ਜਿਹੜਾ ਆਨਸਰ ਹੈਗਾ ਆ insights into the development of fairy tales, insights into the development of fairy tales give me a minute। insights into the development of fairy tales, ਆਨਸਰ ਦਾ ਇਹ ਹੈਗਾ may be provided through methods used in biological। ਹਾਂ, insights into the development of fairy tales may be provided through methods used in biological research। ਇਸ ਪੈਸੇ ਦੇ ਵਿੱਚ ਇਹਦਾ ਆਨਸਰ ਹੈਗਾ to work out the evolutionary history, development and relationship among groups of organisms, biologists compare the characteristics of living species in process called, a process ਦਾ ਨਾਮ ਸੀ Tehrani has used the same approach to compare related variation of fairy tales to discover how they have evolved, which elements have survived longest। ਇੱਥੋਂ ਯਾਨੀ ਕਿ ਇੱਕ ਤਾਂ ਕਲੀਅਰ ਹੁੰਦਾ ਹੈਗਾ they have evolved ਮਤਲਬ ਕਿਵੇਂ ਉਹ ਡਿਵੈਲਪ ਹੋਈਆਂ, ਤੇ ਤਹਿਰਾਨੀ ਨੇ ਉਹ ਟੈਕਨੀਕ ਯੂਜ਼ ਕੀਤੀ ਆ, ਉਸ ਟੈਕਨੀਕ ਨੂੰ ਯੂਜ਼ ਕੀਤਾ ਜਿਹੜੀ ਕਿ ਬਾਇਓਲੋਜਿਸਟ ਯੂਜ਼ ਕਰਦੇ ਹੈਗੇ ਆ ਆਪਣੇ ਕਿਸੇ ਕਨਸੈਪਟ ਦੇ ਵਿੱਚ। ਤਾਂ ਇਹੀ ਚੀਜ਼ ਇੱਥੇ ਇਨਸਾਈਟਸ ਇਨਟੂ ਦਾ ਡਿਵੈਲਪਮੈਂਟ ਆਫ ਫੈਰੀ ਟੇਲਸ ਮੇ ਬੀ ਪ੍ਰੋਵਾਈਡਡ ਥਰੂ ਮੈਥਡ ਯੂਜ਼ਡ ਇਨ ਬਾਇਓਲੋਜੀਕਲ ਰਿਸਰਚ। ਇਹਦਾ ਵੀ ਇੱਕ ਦੂਜਾ ਕਾਰਨ ਇਹ ਆਨਸਰ ਲਾਉਣ ਦਾ ਹੈ ਕਿ ਇਹਦਾ ਕੋਈ ਹੋਰ ਆਪਾਂ ਨੂੰ ਰੈਲੇਵੈਂਟ ਦੀ ਗੱਲ ਲੱਗ ਨਹੀਂ ਰਹੀ ਹੈਗੀ ਜਿਹਨੂੰ ਆਪਾਂ ਹੋਰ ਕੋਈ ਆਨਸਰ ਲਗਾ ਸਕੀਏ। ਕਲੀਅਰ। ਆਲ ਦਾ ਫੈਰੀ ਟੇਲਸ ਐਨਾਲਾਈਜ਼ਡ ਬਾਈ ਤਹਿਰਾਨੀ ਦੁਆਰਾ ਜਿਹੜੀਆਂ ਫੈਰੀ ਟੇਲਸ ਨੇ ਉਹ ਕਿਵੇਂ ਐਨਾਲਾਈਜ਼ ਕੀਤੀਆਂ ਗਈਆਂ ਹੈਗੀਆਂ ਨੇ। ਇੱਥੇ ਜਾ ਕੇ ਸੀ ਇਹਦਾ ਆਨਸਰ ਇਸ ਪੈਸੇ ਦੇ ਵਿੱਚ Tehrani analysis focused on Little Red Riding Hood in its many forms, यानी कि उन्हें एक स्टोरी ਨੂੰ ਹੀ different form ਦੇ ਵਿੱਚ ਦੇਖਿਆ, which include another western fairy tales known as The Wolf and the Kids, checking for variation of these two tales, ਦੋ ਸਟੋਰੀ ਤੋਂ ਨੇ ਕੰਮ ਕਰਿਆ, and similar stories from Africa, East Asia and other, he ended up with 58 stories recorded from oral tradition, oral tradition, यानी कि ਉਹਨੇ ਜਿਹੜੀ ਸਟੋਰੀ ਸੀ oral ਮਤਲਬ ਹੁੰਦਾ ਜਿਹੜੀ ਬੋਲੀ ਵੀ ਚੀਜ਼ ਹੋਵੇ। ਠੀਕ ਹੈ, ਸੋ all the fairy stories analyzed by Tehrani
वर ओरिजिनली स्पोकन रैदर दैन रिटन कि ਜਿਹੜੀਆਂ ਇਹਦਾ ਆਨਸਰ ਈ ਹੈਗਾ। ਕਿਉਂ? ਕਿਉਂਕਿ ਜਿਹੜੀਆਂ ਯਾਨੀ ਕਿ ਜਿਹੜੀਆਂ ਸਟੋਰੀ ਸੀ ਉਹ ਬੋਲੀਆਂ ਜਾਂਦੀਆਂ ਸੀ, ਲਿਖਤੀ ਰੂਪ ਦੇ ਵਿੱਚ ਸਟੋਰੀਆਂ ਨਹੀਂ ਸੀ ਹੈਗੀਆਂ। ਆਲ ਦ ਫੈਰੀ ਟੇਲਸ ਐਨਾਲਾਈਜ਼ਡ ਬਾਈ ਤਹਿਰਾਨੀ ਵਰ ओरिजिनली ਹਾਂਜੀ ਫਿਲਿੰਗ ਦੀ ਇਹ ਬਲੈਂਕਸ ਨੂੰ ਦੇਖਦੇ ਹੈਗੇ ਆਪਾਂ। ਲੋਜਨੈਟਿਕ ਐਨਾਲਿਸਿਸ loggenetic analysis of Little Red Riding Hood। ठीक है जी, अपने को hints available हैगे आ fill in the blanks। Tehrani used techniques from evolutionary biology to find out if dash existed among 58 stories from around the world। ਜਿਹੜਾ ਤਹਿਰਾਨੀ ਆ ਉਹਨੇ ਟੈਕਨੀਕ ਯੂਜ਼ ਕਰੀ ਆ ਐਵੋਲੂਸ਼ਨਰੀ ਬਾਇਓਲੋਜੀ ਤੋਂ। ਐਵੋਲੂਸ਼ਨਰੀ ਬਾਇਓਲੋਜੀ ਕੋਈ ਇਹ ਟਰਮ ਹੈਗੀ ਆ ਬਾਇਓਲੋਜੀ ਦੀ, ਉਹਦੇ ਵਿੱਚੋਂ ਇੱਕ ਟੈਕਨੀਕ ਯੂਜ਼ ਕਰੀ ਆ ਟੂ ਫਾਈਂਡ ਆਊਟ, ਇਹ ਪਤਾ ਕਰਨ ਲਈ। ਕੀ ਪਤਾ ਕਰਨ ਲਈ? ਉਹ ਆਪਾਂ ਲੱਭਣਾ ਐਗਜ਼ਿਸਟਡ ਅਮੰਗ 58 ਸਟੋਰੀਜ਼ ਫਰੋਮ ਅਰਾਊਂਡ ਦਾ ਵਰਲਡ। ਕੋਈ ਚੀਜ਼ ਆ ਜਿਹੜੀ ਉਹਨਾਂ 'ਚ ਐਗਜ਼ਿਸਟ ਕਰਦੀ ਹੈ 58 ਸਟੋਰੀਜ਼ ਅਰਾਊਂਡ ਦਾ ਵਰਲਡ। ਜਿਹਦੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਦੀ ਲੋਕੇਸ਼ਨ ਇਸ ਪੈਰਾ ਦੇ ਵਿੱਚ ਹੈਗੀ ਹੈ, 3rd ਪੈਰਾਗ੍ਰਾਫ ਆ। ਟੂ ਵਰਕ ਆਊਟ ਦ ਐਵੋਲੂਸ਼ਨਰੀ history, development and relationship among groups of organisms, biologists compare the characteristics of living species in a process called phylogenetic analysis। यानी कि ਇੱਥੇ ਤੱਕ ਇਹਨਾਂ ਨੇ ਸਟੋਰੀ ਦੀ ਕੋਈ ਗੱਲ ਨਹੀਂ ਕਰੀ, ਇੱਥੇ ਤੱਕ ਸਿਰਫ ਇਹ ਕਹਿ ਰਹੇ ਨੇ ਕਿ ਜਿਹੜੇ ਬਾਇਓਲੋਜਿਸਟਸ ਨੇ ਉਹ ਕਿਵੇਂ ਕੋਈ ਅਪਰੋਚ ਟੈਕਨੀਕ ਯੂਜ਼ ਕਰਦੇ ਆ ਆਪਣੀ ਕੋਈ ਸਟੱਡੀ ਨੂੰ ਕੰਪਲੀਟ ਕਰਨ ਲਈ। ਇਹ ਜਿਹੜਾ ਫਾਈਲੋਜਿਸਟ ਐਨਾਲਿਸਿਸ ਆ ਕਿਵੇਂ ਆਪਣੀ ਜਿਹੜੀ ਯਾਨੀ ਕਿ ਹਿਊਮਨ ਹਿਸਟਰੀ ਹੈ ਜਾਂ ਆਰਗੇਨਿਜ਼ਮ ਹੁੰਦੇ ਨੇ ਜਾਂ ਸਪੀਸੀਜ਼ ਹੁੰਦੇ ਨੇ ਉਹਨਾਂ ਦੀ ਡਿਵੈਲਪਮੈਂਟ ਨੂੰ ਪਤਾ ਕਰਨ ਦੇ ਲਈ ਉਹਨਾਂ ਦੇ ਨਾਲ ਕੋਈ ਜੁੜੀ ਹੋਈ ਚੀਜ਼ ਹੈ। ਸਟੋਰੀ ਨਾਲ ਇਹਦੇ ਕਨੈਕਟਡ ਕੁਝ ਨਹੀਂ ਹੈਗਾ। ਪਰ ਅੱਗੇ ਉਹਨਾਂ ਨੇ ਤਹਿਰਾਨੀ ਹੈਜ਼ ਯੂਜ਼ਡ ਦ ਸੇਮ ਅਪਰੋਚ ਟੂ ਮਤਲਬ ਉੱਪਰ ਨੂੰ ਲੈ ਗਿਆ, ਸੇਮ ਅਪਰੋਚ ਟੂ ਕੰਪੇਅਰ ਦਾ ਲਿਟਲ ਫੈਰੀ ਟੇਲ। ਇੱਥੇ ਇਹਨੇ ਫੈਰੀ ਟੇਲ ਦੇ ਨਾਲ ਮਿਕਸ ਕਰ ਲਈਆਂ ਚੀਜ਼ਾਂ, ਤਾਂ ਹੀ ਕਨਫਿਊਜ਼ ਹੁੰਦਾ ਹੈਗਾ ਆਨਸਰ ਇਹ। ਟੂ ਵਰਕ ਆਊਟ ਦਾ ਐਵੋਲੂਸ਼ਨਰੀ ਹਿਸਟਰੀ, ਡਿਵੈਲਪਮੈਂਟ ਐਂਡ ਰਿਲੇਸ਼ਨਸ਼ਿਪ। ਤਾਂ ਮਤਲਬ ਰਿਲੇਸ਼ਨਸ਼ਿਪ ਪਤਾ ਕਰਨ ਲਈ, ਜਿਵੇਂ ਨੇ ਅੱਗੇ ਇਹਨੂੰ ਕਿਵੇਂ ਕਿਹਾ, ਤਹਿਰਾਨੀ ਯੂਜ਼ਡ ਦ ਸੇਮ ਅਪਰੋਚ ਟੂ ਕੰਪੇਅਰ ਰਿਲੇਟਡ ਵਰਜਨਸ ਆਫ ਦ ਟੇਲਸ ਟੂ ਡਿਸਕਵਰ ਹਾਊ ਦੇ ਹੈਵ ਇਵੋਲਵਡ, ਕਿਵੇਂ ਇਵੋਲਵਡ ਹੋਈਆਂ। ਵਿਚ ਐਲੀਮੈਂਟ ਹੈਵ ਸਰਵਾਈਵਡ ਲੌਂਗੈਸਟ, ਕਿਹੜਾ ਐਲੀਮੈਂਟ ਆ ਜ਼ਿਆਦਾ ਸਰਵਾਈਵ ਕਰਿਆ, ਕਿਵੇਂ ਉਹ ਇਵੋਲਵ ਹੋਈਆਂ। ਬੇਸਿਕਲੀ ਰਿਲੇਸ਼ਨਸ਼ਿਪ ਮਤਲਬ ਆ ਜਾਂਦਾ ਉਹਨਾਂ ਦਾ ਲਿੰਕ ਕੀ ਹੈਗਾ ਆ। ਇਹਨੇ ਇਸ ਅਪਰੋਚ ਨੂੰ ਇਸ ਰਿਲੇਸ਼ਨਸ਼ਿਪ ਦੇ ਨਾਲ ਕਨੈਕਸ਼ਨ ਕਰਿਆ, ਸਿੱਧਾ ਤੁਹਾਨੂੰ ਲਿੰਕ ਸ਼ਬਦ ਕਿਤੇ ਨਹੀਂ ਮਿਲਣਾ ਹੈਗਾ। ਹੁਣ ਜੇ ਆਪਾਂ ਆਪਣੀ ਆਪਸ਼ਨਸ ਤੇ ਆਈਏ, ਆਪਸ਼ਨ ਦੇ ਵਿੱਚ ਇੱਕ ਚੀਜ਼ ਹੋਰ ਵੀ ਇੰਟਰਸਟਿੰਗ ਆ, ਆਪਾਂ ਇਹ ਵੀ ਦੇਖੋ ਕਿ ਕਿਹੜਾ ਨਹੀਂ ਹੈਗਾ। ਐਂਡਿੰਗ ਉੱਥੇ ਐਪਰੋਪ੍ਰੀਏਟ ਨਹੀਂ ਹੈਗਾ, ਇਵੈਂਟਸ ਐਪਰੋਪ੍ਰੀਏਟ ਨਹੀਂ, ਵਾਰਨਿੰਗ ਦੀ ਕੋਈ ਗੱਲ ਨਹੀਂ ਹੈਗੀ, ਲਿੰਕਸ ਪੋਸੀਬਲ ਹੈਗਾ, ਰਿਕਾਰਡਸ ਦੀ ਕੋਈ ਗੱਲ ਨਹੀਂ, ਵੇਰੀਏਸ਼ਨ ਬੱਚੇ ਕਈ ਲਗਾ ਸਕਦੇ ਹੈਗੇ ਆਨਸਰ। ਵੇਰੀਏਸ਼ਨ ਐਗਜ਼ਿਸਟ ਕਰਕੇ ਵੇਰੀਏਸ਼ਨ ਫਿਟ ਨਹੀਂ ਬੈਠ ਰਿਹਾ, ਕਿਉਂਕਿ ਵੇਰੀਏਸ਼ਨ ਤਾਂ ਆਲਰੇਡੀ ਹੈਗੀ ਆ, ਇਸ ਕਰਕੇ ਐਗਜ਼ਿਸਟ ਜੇ ਤੁਸੀਂ ਵੇਰੀਏਸ਼ਨ ਲਗਾ ਰਹੇ ਹੋ ਤਾਂ ਐਗਜ਼ਿਸਟ ਕੀ ਹੁੰਦਾ ਹੈ ਕਿ ਉਹਦੇ ਵਿੱਚ ਹੈ, ਤਾਂ ਐਗਜ਼ਿਸਟ ਕਰਕੇ ਵੇਰੀਏਸ਼ਨ ਨਹੀਂ ਲੱਗ ਸਕਦਾ। ਹੌਰਰ ਦੀ ਕੋਈ ਗੱਲ ਨਹੀਂ ਹੋਈ, ਪੀਪਲ ਦੀ ਕੋਈ ਗੱਲ ਨਹੀਂ, ਪਲਾਟ ਦੀ ਕੋਈ ਗੱਲ ਨਹੀਂ ਹੋਈ, ਤਾਂ ਮੇਰੇ ਕੋਲ ਆਪਸ਼ਨ ਇੱਕ ਬਚਦੀ ਹੈਗੀ ਆ ਜਿਹੜੀ ਕੀ ਹੈਗੀ ਆ ਲਿੰਕ। ਵੇਰੀਏਸ਼ਨ ਮੇ ਵੀ ਕਿਸੇ ਬੱਚੇ ਨੇ ਲਗਾਇਆ ਹੋਊਗਾ, ਪਰ ਵੇਰੀਏਸ਼ਨ ਐਗਜ਼ਿਸਟਡ ਕਰਕੇ ਨਹੀਂ ਸੈਂਸ ਬਣ ਰਹੀ, ਕਿਉਂਕਿ ਵੇਰੀਏਸ਼ਨ ਦਾ ਆਪਾਂ ਨੂੰ ਪਤਾ ਆਲਰੇਡੀ ਸਟੋਰੀ ਦੇ ਵਿੱਚ ਹੈਗੀ ਆ। ਲਿੰਕਸ ਕੀ ਆ ਉਹ ਇੰਪੋਰਟੈਂਟ ਸੀ, ਤਾਂ ਅਦਰ ਆਪਸ਼ਨ ਸੂਟੇਬਲ ਨਹੀਂ ਸੀ, ਇਸ ਕਰਕੇ ਇਹਦਾ ਆਨਸਰ ਕੀ ਗਿਆ ਹੈਗਾ ਆ ਡੀ ਗਿਆ। ਰੀਡਿੰਗ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ, ਆਪਾਂ ਇਹ ਵੀ ਦੇਖਣਾ ਚਾਹੀਦਾ ਨਾਲ ਆਪਾਂ ਨੂੰ ਕਿ ਹੋਰ ਕਿਹੜੇ ਆਨਸਰ ਨੇ ਜਿਹੜੇ ਇਹ 'ਚ ਫਿੱਟ ਬੈਠ ਸਕਦੇ ਆ। ਜੇ ਹੋਰ ਕੋਈ ਨਹੀਂ ਤਾਂ ਮੋਸਟ ਐਪਰੋਪ੍ਰੀਏਟ ਆਨਸਰ ਕਿਹੜਾ ਹੈਗਾ, ਜਿਵੇਂ ਇੱਥੇ ਡੀ ਚਲਾ ਗਿਆ ਹੈਗਾ। ਕਲੀਅਰ। ਫਿਰ ਅੱਗੇ ਚੱਲਦੇ ਹਾਂ। ਹੀ ਆਲਸੋ ਵਾਂਟਡ ਟੂ ਨੋ ਵਿਚ ਆਸਪੈਕਟਸ ਆਫ ਦ ਸਟੋਰੀ ਹੈਡ ਫਿਊਐਸਟ। ਉਹ ਇਹ ਜਾਣਨਾ ਚਾਹੁੰਦਾ ਸੀ ਕਿ ਕਿਹੜਾ ਆਸਪੈਕਟ ਆਫ ਦ ਸਟੋਰੀ ਹੈਡ ਫਿਊਐਸਟ, as he believed these aspects would be the most important one। ਕਿ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਕਿਹੜਾ ਆਸਪੈਕਟ ਹੈ ਸਟੋਰੀ ਦਾ ਜਿਹੜਾ ਸਭ ਤੋਂ ਜ਼ਿਆਦਾ had fewest dash as he believed these aspects would be the most important one। ਜੋ ਕਿ ਉਹ ਸੋਚਦਾ ਹੁੰਦਾ ਸੀ ਕਿ ਇਹ ਆਸਪੈਕਟ ਨੇ ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੇ ਆ।
ਹੁਣ ਜੇ ਆਪਾਂ ਇਹਦਾ ਆਨਸਰ ਲੱਭਣ ਦੀ ਕੋਸ਼ਿਸ਼ ਕਰੀਏ, ਇਸ ਪੈਰੇ ਦੇ ਵਿੱਚ ਆ Tehrani's analysis focused on Little Red Riding Hood in its many forms, which include another western fairy tale known as The Wolf and the Kids। ਜਿਹੜਾ ਤਹਿਰਾਨੀ ਦਾ ਐਨਾਲਿਸਿਸ ਆ ਉਹ ਫੋਕਸ ਕਰ ਰਿਹਾ ਇਹ ਲਿਟਲ ਰੈਡ ਰਾਈਡਿੰਗ ਹੁੱਡ ਸਟੋਰੀ ਤੇ ਉਹਦੀਆਂ ਡਿਫਰੈਂਟ ਫਾਰਮਸ ਦੇ ਉੱਤੇ। ਇੱਕ ਅਨਦਰ ਵੈਸਟਰਨ ਸਟੋਰੀ ਹੈ ਦ ਵੂਲਫ ਐਂਡ ਦ ਕਿਡਸ। Checking for variation of these two tales and similar stories from, he ended up with 58 story recorded from overall tradition। ਯਾਨੀ ਕਿ ਇਹਨਾਂ ਵਿੱਚ ਵੇਰੀਏਸ਼ਨ ਚੈੱਕ ਕਰਨਾ ਉਹਦਾ ਇੱਕ ਮਕਸਦ ਸੀ। He also wanted to know which aspect of the story had fewest variation, ਕਿਹੜੇ ਵਿੱਚ ਸਭ ਤੋਂ ਘੱਟ ਵੇਰੀਏਸ਼ਨ ਹੈਗੀ ਆ। ਠੀਕ ਹੈ, ਵੇਰੀਏਸ਼ਨ ਇਹਦਾ ਆਨਸਰ ਆ ਹਾਂ, ਇੱਥੇ ਜਾ ਕੇ ਇਹਦਾ ਅਸਲ ਜਿਹੜਾ ਇਹਦਾ ਲੋਕੇਸ਼ਨ ਹੈਗੀ ਆ ਉਹ ਇਹ ਵਾਲੀ ਹੈਗੀ ਆ। First, he tested some assumption about which aspect of the story alter least as it evolved। alter ਹੁੰਦਾ change, least ਹੁੰਦਾ ਸਭ ਤੋਂ ਘੱਟ। ਕਿਹੜਾ ਆਸਪੈਕਟ ਹੈ ਸਟੋਰੀ ਦਾ ਜਿਹੜਾ ਸਭ ਤੋਂ ਘੱਟ ਵੇਰੀ ਹੋਇਆ ਹੈਗਾ, ਵੇਰੀਏਸ਼ਨ ਆਈਆਂ ਹੈਗੇ ਨੇ। ਜਿਵੇਂ ਇੱਥੇ ਨੇ ਕਿਹਾ ਸਟੋਰੀਜ਼ ਹੈਡ ਫਿਊਐਸਟ ਵੇਰੀਏਸ਼ਨਸ, ਤਾਂ ਵੇਰੀਏਸ਼ਨ ਜਿਹਦਾ ਆਨਸਰ ਚਲਾ ਜਾਣਾ ਹੈਗਾ। he also wanted to know which aspect of the story had fewest alteration ਜਾਂ variation। least ਸਭ ਤੋਂ ਘੱਟ, least ਤਾਂ ਇਹਨੇ fewest ਨੂੰ ਯੂਜ਼ ਕਰਿਆ ਹੈਗਾ। ਕਲੀਅਰ, ਅੱਗੇ ਚੱਲਦੇ ਹਾਂ ਜੀ। as he believed these aspects would be the most important ones, contrary to the other beliefs, contrary ਹੁੰਦਾ ਉਸ ਤੋਂ ਉਲਟ ਜਿਹੜੇ other belief ਹੈਗੇ ਆ, he found that some dash that were included in the story tended to change over the time। ਕੋਈ ਚੀਜ਼ ਆ ਇਹ ਜਿਹੜਾ ਕੋਈ ਪਾਰਟ ਆ ਜਿਹੜਾ ਬਹੁਤ ਜ਼ਿਆਦਾ ਚੇਂਜ ਹੁੰਦਾ ਸਟੋਰੀ ਦਾ। he found that some dash that were included in the story tended to change over the time। ਜਿਹੜੇ ਕੁਝ ਪਾਰਟ ਨੇ ਸਟੋਰੀ ਦੇ ਉਹ ਬਹੁਤ ਜ਼ਿਆਦਾ ਵੇਰੀ ਕਰਦੇ ਆ over the time। Okay, let us find its answer in the passage first। So the answer is passage ਦੇ ਵਿੱਚ ਹੈਗਾ। However, Tehrani found no significant difference in the rate of evolution on the development is a change of incidents compared with that of characters। ਪਹਿਲੀ ਲਾਈਨ 'ਚ ਤਾਂ ਨਹੀਂ ਦਾ ਕੋਈ ਆਨਸਰ ਹੈਗਾ, ਪਹਿਲੀ ਲਾਈਨ ਨਾਲ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਜੋ ਆਪਾਂ ਫਿਲਿੰਗ ਦੀ ਬਲੈਂਕਸ ਕਰ ਰਹੇ ਹੈਗੇ। certain episodes are very stable, ਕੁਛ ਜਿਹੜੇ ਐਪੀਸੋਡ ਨੇ ਉਹ ਬੜੇ ਸਟੇਬਲ ਨੇ, ਚੇਂਜ ਨਹੀਂ ਹੁੰਦੇ। ਬਿਕੋਜ਼ ਦੇ ਆਰ ਕਰੂਸ਼ਲ ਟੂ ਦਾ ਸਟੋਰੀ, ਕਿਉਂਕਿ ਉਹ ਬਹੁਤ ਕਰੂਸ਼ਲ ਨੇ ਸਟੋਰੀ ਲਈ। ਬਟ ਦੇਰ ਆਰ ਲੋਟਸ ਆਫ ਅਦਰ ਡਿਟੇਲਸ ਦੈਟ ਕੈਨ ਇਵੋਲਵ ਕੁਆਇਟ ਫਰੀਲੀ। ਇਵੋਲਵ ਹੁੰਦਾ ਚੇਂਜ, ਡਿਵੈਲਪਮੈਂਟ ਹੋਣਾ, ਕੁਛ ਯਾਨੀ ਕਿ ਜਿਹੜੀ ਡਿਟੇਲਸ ਨੇ ਉਹ ਬਹੁਤ ਜ਼ਿਆਦਾ ਇਵੋਲਵ ਹੁੰਦੀਆਂ ਨੇ ਟਾਈਮ ਟੂ ਟਾਈਮ। ਹੁਣ ਆਪਾਂ ਫਿਲਿੰਗ ਦੀ ਬਲੈਂਕਸ 'ਚ ਆਈਏ ਜੀ। ਉਹ ਕੀ ਕਹਿ ਰਹੀ ਹੈ, ਕੰਟਰਰੀ ਟੂ ਅਦਰ ਬਿਲੀਵਸ ਹੀ ਫਾਊਂਡ ਦੈਟ ਸਮ that were included in the story tended to change over the time। ਕੁਛ ਯਾਨੀ ਕਿ ਡੈਸ਼ ਹੈਗੇ ਨੇ ਜਿਹੜੇ ਚੇਂਜ ਕਰਦੇ ਆ, ਕੋਸ਼ਿਸ਼ ਕਰਦੇ ਆ ਚੇਂਜ ਹੋਣ ਦੀ ਟਾਈਮ ਟੂ ਟਾਈਮ। ਹੁਣ ਜੇ ਆਪਾਂ ਆਪਸ਼ਨਾਂ 'ਤੇ ਨਿਗਾਹ ਮਾਰੀਏ, ਜਿੰਨੀ ਚੀਜ਼ ਆਪਾਂ ਨੇ ਪੜ੍ਹੀ ਆ, ਐਂਡਿੰਗ ਦੀ ਕੋਈ ਗੱਲ ਨਹੀਂ, ਲਿੰਕਸ ਆਪਾਂ ਪਹਿਲਾਂ ਲੱਭ ਚੁੱਕੇ ਹਾਂ, ਹੌਰਰ ਦੀ ਗੱਲ ਨਹੀਂ ਹੈਗੀ। ਇਵੈਂਟਸ ਹੋ ਸਕਦਾ ਇਹਦਾ ਆਨਸਰ, ਕਿਉਂਕਿ ਇਵੈਂਟਸ ਨਾਲ ਸੈਂਸ ਵੀ ਬਣਦੀ ਹੈ। ਹੀ ਫਾਊਂਡ ਦੈਟ ਸਮ ਇਵੈਂਟਸ that were included in the story tended to change over the time। ਰਿਕਾਰਡ ਨਹੀਂ ਹੋ ਸਕਦਾ, ਪੀਪਲ ਨਹੀਂ ਹੋ ਸਕਦਾ, ਵਾਰਨਿੰਗ ਨਹੀਂ ਹੋ ਸਕਦਾ, ਵੇਰੀਏਸ਼ਨ ਨਹੀਂ ਹੋ ਸਕਦਾ, ਪਲਾਟ ਨਹੀਂ ਹੋ ਸਕਦਾ। ਸੋ ਇਹਦਾ ਜਿਹੜਾ ਮੋਸਟ ਲਾਈਕਲੀ ਆਨਸਰ ਬਣਦਾ ਉਹ ਇਵੈਂਟ ਹੀ ਬਣਦਾ। ਹਾਲਾਂਕਿ ਇਵੈਂਟ ਕੋਈ ਆਪਾਂ ਨੂੰ ਡਾਇਰੈਕਟ ਆਨਸਰ ਨਹੀਂ ਮਿਲ ਰਿਹਾ ਇਹਦਾ ਵੀ, ਪਰ ਇਹਦਾ ਇੱਥੇ ਆਨਸਰ ਬੀ ਹੀ ਚਲਾ ਜਾਊਗਾ। ਮੋਸਟ ਲਾਈਕਲੀ ਇਹ ਆਨਸਰ ਇੱਥੋਂ ਹੀ ਪੈਦਾ ਹੋਇਆ ਹੈਗਾ। certain episodes are very stable because they are crucial to the story, but there are lots of other details that can evolve quite freely, he says। Neither did his analysis support the story that the central section of the story is the most conserved one। यानी कि कोई भी स्टोरी ये नहीं कहती है कि ਜਿਹੜਾ ਇਹਦਾ ਕੋਈ ਵੀ ਜਿਹੜਾ ਐਨਾਲਿਸਿਸ ਹੋ ਇਹ ਨਹੀਂ ਕਹਿੰਦਾ ਹੈ ਕਿ ਸੈਂਟਰਲ ਪਾਰਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਹੈ।
that the middle of the story seemed no more important than the other part। ਇੱਥੋਂ ਵੀ ਆਪਾਂ ਨੂੰ ਪਤਾ ਲੱਗਦਾ ਜਿਹੜੀ ਇਹ ਲਾਈਨ ਹੈਗੀ ਆ, ਜਿਹੜੀ ਨੈਕਸਟ ਲਾਈਨ ਹੈਗੀ ਆ, ਕਿ ਇਹ ਆਪਣੇ ਜਿਹੜੀ ਫਿਲ ਇਨ ਬਲੈਂਕਸ ਦੀ ਨੈਕਸਟ ਲਾਈਨ ਨਾਲ ਲਿੰਕ ਹੈਗਾ, ਇਸ ਕਰਕੇ ਇਹਦਾ ਆਨਸਰ ਤੋਂ ਪਹਿਲਾਂ ਪਹਿਲਾਂ ਹੋਣ ਦੇ ਚਾਂਸ ਹੈਗੇ, ਤੇ ਤੋਂ ਪਹਿਲਾਂ ਸਿਰਫ ਇਹ ਦੋ ਲਾਈਨਾਂ ਹੀ ਬਚਦੀਆਂ ਹੈਗੀਆਂ ਨੇ। ਠੀਕ ਹੈ ਜੀ। ਸੋ ਫॉर मी ਜਿਹੜੀ ਐਗਜ਼ੈਕਟ ਲੋਕੇਸ਼ਨ ਆ ਉਹ ਇਸੇ ਲਾਈਨ ਦੇ ਵਿੱਚ ਹੈਗੀ ਹੈ। ਠੀਕ ਹੈ ਜੀ। ਲੈਟ ਅਸ ਮੂਵ ਟੂ ਦ ਨੈਕਸਟ ਫਿਲ ਇਨ ਦ ਬਲੈਂਕਸ। ਇਸ ਤੱਕ ਆਪਣਾ ਹੋ ਗਿਆ ਸੀ he was also surprised that parts of the story which seemed to provide some sort of dash were important। ਉਹ ਬੜਾ ਸਰਪ੍ਰਾਈਜ਼ ਸੀ ਕਿ ਕੁਝ ਪਾਰਟ ਆਫ ਦਾ ਸਟੋਰੀ ਆ ਜਿਹੜੇ ਪ੍ਰੋਵਾਈਡ ਕਰ ਰਹੇ ਹੁੰਦੇ ਆ, ਲੱਗ ਰਿਹਾ ਹੁੰਦਾ ਕਿ ਪ੍ਰੋਵਾਈਡ ਕਰਨਗੇ ਸਮ ਸੌਰਟ ਆਫ ਡੈਸ਼ ਵਰ ਇੰਪੋਰਟੈਂਟ, ਜਿਹੜੇ ਯਾਨੀ ਕਿ ਕੁਝ ਪਾਰਟ ਆਫ ਦਾ ਸਟੋਰੀ ਆ ਜਿਹੜਾ ਉਹਨੂੰ ਸਰਪ੍ਰਾਈਜ਼ ਕਰਿਆ ਕਿ ਕੁਝ ਚੀਜ਼ ਪ੍ਰੋਵਾਈਡ ਕਰ ਰਹੇ ਨੇ। ਠੀਕ ਹੈ ਜੀ। ਇਸ ਪੈਸੇ ਦੇ ਵਿੱਚ ਇਹਦਾ ਆਨਸਰ ਹੈਗਾ but the really big surprise came when he looked at the cautionary elements of the story। cautionary elements of the story, cautionary मतलब warning elements of the story। ਪਰ ਬੜਾ ਸਰਪ੍ਰਾਈਜ਼ ਹੋਇਆ ਜਦੋਂ ਉਹਨੇ cautionary elements of the story ਦੇਖਿਆ। studies of hunter gathered folk tales suggest that these narratives include really important information about the environment and the possible dangers that may faced there। ਠੀਕ ਹੈ ਜੀ। ਜਿਹੜੇ ਕੌਸ਼ਨਰੀ ਐਲੀਮੈਂਟ ਸੀ ਉਹਨਾਂ ਬਾਰੇ ਗੱਲ ਕਰ ਰਹੀ ਹੈ ਕਿ ਇੱਕ ਮਾਡਰਨ ਮੈਸੇਜ ਦਿੰਦੇ ਆ ਫੇਸ देयर ਸਟਫ that is relevant to survival he says। ਜਿਹੜਾ ਯਾਨੀ ਕਿ ਸਟਫ relevant for survival ਇੱਥੇ ਤੱਕ ਸਿਰਫ ਇਹ ਕੌਸ਼ਨਰੀ ਮੈਸੇਜ ਦੀ ਗੱਲ ਕਰ ਰਿਹਾ। he says yet in his analysis such elements were just as flexible as seemingly trivial details। ਜਿਹੜੇ ਯਾਨੀ ਕਿ ਇਹ ਜਿਹੜੇ ਮੈਸੇਜ ਨੇ ਉਹ ਬਹੁਤ ਉਨੇ ਹੀ ਫਲੈਕਸੀਬਲ ਨੇ ਜਿੰਨੀ ਅਦਰ ਡਿਟੇਲ ਫਲੈਕਸੀਬਲ ਹੈਗੀਆਂ ਨੇ। ਸੋ ਮਤਲਬ ਇਹ ਜਿਹੜਾ ਕੌਸ਼ਨਰੀ ਮੈਸੇਜ ਹੈ ਇਹ ਵੀ ਕੀ ਹੈ, ਫਲੈਕਸੀਬਲ ਹੈਗਾ ਹੈ ਜਾਂ ਅਨਇੰਪੋਰਟੈਂਟ ਹੈਗਾ ਹੈ। ਹੁਣ ਇੱਥੇ ਕੌਸ਼ਨਰੀ ਦਾ ਸ਼ਬਦ ਜਿਹੜਾ ਸਿਮਿਲਰ ਸ਼ਬਦ ਹੈਗਾ ਉਹ ਵਾਰਨਿੰਗ ਹੈਗਾ, ਤੇ ਇਹਦਾ ਆਨਸਰ ਕੀ ਆ ਜਾਣਾ ਸੀ, ਸੀ ਆ ਜਾਣਾ ਸੀ। He was also surprised that parts of the story which seemed to provide some sort of warning were unimportant। ठीक है जी। Last is the aspect that he found most important in the story survival was story ਦੇ ਬਚਣ ਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਪੈਰਾਮੀਟਰ ਹੈਗਾ ਉਹ ਕਿਹੜਾ ਹੈਗਾ ਆ, ਇੱਥੇ ਨੇ ਕੁਐਸਚਨ ਪੁੱਛਿਆ what then is important enough to be reproduced from generation to generation। ਤਾਂ ਸਟੋਰੀ ਦੀ ਸਰਵਾਈਵਲ ਲਈ ਜਨਰੇਸ਼ਨ ਟੂ ਜਨਰੇਸ਼ਨ ਇਹਨੂੰ ਅੱਗੇ ਜਾਣ ਦੇ ਲਈ ਕਿਹੜੀ ਚੀਜ਼ ਇੰਪੋਰਟੈਂਟ ਹੈ, ਇਹਨੇ ਆਨਸਰ ਕਰਿਆ ਦਾ ਆਨਸਰ ਇਟ ਵੁੱਡ ਅਪੀਅਰ ਇਜ਼ ਫੀਅਰ। ਕਿ ਜਿਹੜਾ ਆਨਸਰ ਹੈਗਾ ਉਹ ਕੀ ਹੈਗਾ, ਫੀਅਰ ਹੈਗਾ। ਬਲੱਡ ਥਰਸਟੀ ਐਂਡ ਜੀਰੋਸਮਸ ਆਸਪੈਕਟ ਆਫ ਦਾ ਸਟੋਰੀ such as eating of grandmother by the wolf turned out to be the best preserved all। ਯਾਨੀ ਕਿ ਜਿਹੜਾ ਫੀਅਰ ਆ ਉਹ ਯਾਨੀ ਕਿ ਇੰਪੋਰਟੈਂਟ ਪਾਰਟ ਹੈਗਾ। ਇੱਥੇ ਹੁਣ ਫੀਅਰ ਡਾਇਰੈਕਟ ਤਾਂ ਹੈ ਨਹੀਂ, ਫੀਅਰ ਨਾਲ ਰੈਲੇਵੈਂਟ ਸ਼ਬਦ ਹੈਗਾ ਹੌਰਰ, ਤਾਂ ਇਹਦਾ ਆਨਸਰ ਕੀ ਚਲਾ ਜਾਣਾ ਸੀ, ਜੀ ਚਲਾ ਜਾਣਾ ਸੀ। ਦਾ ਆਸਪੈਕਟ ਦੈਟ ਫਾਊਂਡ ਮੋਸਟ ਇੰਪੋਰਟੈਂਟ ਇਨ ਦ ਸਟੋਰੀ ਸਰਵਾਈਵਲ ਵਾਸ ਹੌਰਰ। ਠੀਕ ਹੈ ਜੀ। ਦੈਟਸ ਆਲ ਫॉर ਫਿਲਿੰਗ ਦ ਬਲੈਂਕਸ। ਹਾਂਜੀ ਹੁਣ ਗੱਲ ਕਰਦੇ ਹਾਂ MCQs ਦੀ। What methods did Jamie Tehrani use to test his idea about fairy tales। ਜਿਹੜਾ ਜੈਮੀ ਤੇਹਰਾਨੀ ਸੀ ਉਹਨੇ ਕਿਹੜਾ ਆਈਡੀਆ ਯੂਜ਼ ਕੀਤਾ ਟੂ ਟੈਸਟ ਅਬਾਊਟ ਫੈਰੀ ਟੇਲਸ ਨੂੰ ਟੈਸਟ ਕਰਨ ਲਈ। ਹੁਣ MCQ ਜਿਹੜੀ ਮੇਰੀ ਟੈਕਨੀਕ ਆ, ਤੁਸੀਂ ਪਹਿਲਾਂ ਕੁਐਸਚਨ ਪੜ੍ਹੋ ਤੇ MCQs ਜਿਹੜੇ ਆਪਸ਼ਨਸ ਨੇ ਉਹਨਾਂ ਨੂੰ ਦੇਖੋ ਨਾ, ਸਿੱਧਾ ਥੋੜਾ ਇਹਦੀ ਲੋਕੇਸ਼ਨ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰੋ। ਜਿਹੜੀ ਇਸ ਕੁਐਸਚਨ ਦੀ ਲੋਕੇਸ਼ਨ ਸੀ ਉਹ ਇਸ ਪੈਸੇ ਦੇ ਵਿੱਚ ਸੀ। Tehrani focused on Little Red Riding Hood in its many forms, यानी कि Little Red Riding Hood ਉੱਤੇ ਨੇ ਫੋਕਸ ਕਰਿਆ, which includes another western fairy tales, The Wolf and
ਦ ਕਿਡਸ। ਠੀਕ ਹੈ ਜੀ। ਸੋ ਇੱਥੇ ਦੀ ਲੋਕੇਸ਼ਨ ਸੀ ਜੇ ਆਪਾਂ ਪੜ੍ਹ ਰਹੇ ਸੀ ਤਾਂ ਜਦੋਂ ਆਪਾਂ ਪਹਿਲੀ ਵਾਰ ਕਰ ਰਹੇ ਹੋਵਾਂਗੇ ਆਹ ਪੈਸੇ ਪੜ੍ਹੇ ਤਾਂ ਆਪਾਂ ਨਾਲ MCQ ਜਾਂ ਨਿਗਾਹ ਵੀ ਰੱਖ ਸਕਦੇ ਹਾਂ। ਜਦੋਂ ਆਪਾਂ ਫਿਲ ਇਨ ਦੀ ਬਲੈਂਕਸ ਕਰ ਰਹੇ ਹਾਂ ਉਦੋਂ ਵੀ ਆਪਾਂ ਦੇਖ ਸਕਦੇ ਹਾਂ ਕਿ ਕਿਹਦੇ ਰੈਲੇਵੈਂਟ ਗੱਲ ਹੋਈ ਹੈਗੀ ਹੈ। ਹੁਣ ਜਦੋਂ ਆਪਾਂ ਇਹ ਪੈਸੇ ਪੜ੍ਹ ਰਹੇ ਹੋਵਾਂਗੇ ਤਾਂ ਨਾਲ ਆਪਾਂ ਇਹਦੀ ਫਿਲ ਇਨ ਦੀ ਬਲੈਂਕਸ ਦੇਖ ਲਾਂਗੇ ਤੇ ਨਾਲ ਹੀ ਇਹਦਾ ਆਪਾਂ ਪਹਿਲੀ ਜਿਹੜਾ MCQ ਉਹ 'ਤੇ ਵੀ ਨਿਗਾਹ ਮਾਰ ਲਾਂਗੇ। ਹੁਣ MCQ ਤੇ ਬੱਚੇ ਕਾਫੀ ਸਟਰਗਲ ਕਰਦੇ ਆ। MCQ ਜਦੋਂ ਕਰ ਲਿਆ ਉਦੋਂ ਥੋੜਾ ਜਿਹਾ ਆਈਡੀਆ ਲੈ ਲਿਆ। ਹੁਣ ਆਪਣਾ ਪਹਿਲਾ ਮਕਸਦ ਇੱਥੋਂ ਸਹੀ ਲੱਭਣਾ ਨਹੀਂ ਹੋਣਾ ਚਾਹੀਦਾ। ਪਹਿਲਾ ਮਕਸਦ ਇਹ ਹੋਣਾ ਚਾਹੀਦਾ ਕਿ ਕਿਹੜੇ ਰੈਲੇਵੈਂਟ ਗੱਲੇ ਨਹੀਂ ਹੋਈ ਹੈਗੀ। ਠੀਕ ਹੈ ਜੀ। ਹੁਣ ਜਿਵੇਂ ਕਹਾ ਹੀ ਕੰਪੇਅਰਡ ਓਰਲ ਵਿਦ ਰਿਟਨ ਫਾਰਮਸ ਆਫ ਦ ਸੇਮ ਸਟੋਰੀ, ਇਹ ਸਾਰਿਆਂ ਗਲਤ ਆ। ਇਹ ਜੀ ਸਾਰੇ ਆਰਟੀਕਲ 'ਚ ਕਿਤੇ ਗੱਲ ਨਹੀਂ ਹੋਈ ਹੈਗੀ। ਹੀ ਲੁਕਡ ਐਟ ਮੈਨੀ ਡਿਫਰੈਂਟ ਫਾਰਮਸ ਆਫ ਦ ਸੇਮ ਸਟੋਰੀ, ਇਹ ਰੈਲੇਵੈਂਟ ਲੱਗ ਰਿਹਾ ਹੈਗਾ ਹੈ। He looked at unrelated stories from many different countries, ਇਹਦੀ ਵੀ ਕੋਈ ਗੱਲ ਨਹੀਂ ਹੋਈ ਹੈਗੀ ਤਾਂ ਇਹ ਵੀ ਆਪਸ਼ਨ ਬਾਹਰ ਨਿਕਲ ਗਈ। He contrasted the development of fairy tales with lot of living creature ਦੀ ਸਾਰੇ ਪੈਸੇ 'ਚ ਕਿਤੇ ਗੱਲ ਨਹੀਂ ਹੋਈ। ਸੋ ਇਹ ਤਿੰਨ ਆਪਸ਼ਨਾਂ ਨੂੰ ਬਾਹਰ ਕੱਢਣਾ, ਜਿਹੜੀ ਤੁਹਾਨੂੰ ਬੈਸਟ ਸੁਟੇਬਲ ਲੱਗ ਰਹੀ ਹੈ ਉਹਨੂੰ ਆਪਾਂ ਨੇ ਅੱਗੇ ਰੱਖਣਾ ਹੈਗਾ। ਸੋ MCQ 'ਚ ਬਹੁਤ ਲਾਈਕਲੀ ਹੁੰਦਾ ਕਿ ਜਿਹੜੀਆਂ ਕੁਛ ਆਪਸ਼ਨ ਨੇ ਉਹ ਅਵੇਲੇਬਲ ਨਹੀਂ ਹੁੰਦੀਆਂ ਹੈਗੀਆਂ, ਉਹਦੀ ਗੱਲ ਹੀ ਨਹੀਂ ਹੋਈ ਹੁੰਦੀ। ਤਾਂ B ਆਂਸਰ ਬੜਾ ਕਲੀਅਰਲੀ ਆ। ਹੀ ਲੁਕਡ ਐਟ ਮੈਨੀ ਡਿਫਰੈਂਟ ਫਾਰਮਸ ਆਫ ਦ ਸੇਮ ਬੇਸਿਕ ਸਟੋਰੀ। ਇੱਧਰ ਇਹ ਕਹਿ ਰਿਹਾ ਹੈਗਾ Tehrani's analysis focused on Little Riding Hood in many forms which include another western blah blah blah, ਯਾਨੀ ਕਿ ਜਿਹੜੀ ਇੱਕ ਸਟੋਰੀ ਹੈ ਉਹਦੀ ਮੈਨੀ ਫਾਰਮਸ ਤੇ ਉਹਨੇ ਫੋਕਸ ਕਰਿਆ ਹੈਗਾ। ਠੀਕ ਹੈ ਜੀ। ਨੈਕਸਟ ਫਿਲ ਇਨ ਦੀ ਬਲੈਂਕਸ ਦੇਖਦੇ ਹਾਂ। When discussing Tehrani's views, Jack Gibbs suggests that, ਜਦੋਂ ਤਹਿਰਾਨੀ ਦਾ ਵਿਊ ਡਿਸਕਸ ਕਰ ਰਿਹਾ ਸੀ, ਜਿਹੜਾ ਜੈਕ ਇੱਕ ਅਨਦਰ ਰਿਸਰਚਰ ਹੈਗਾ, ਉਹਨੇ ਕੀ ਸੁਜੈਸਟ ਕਰਿਆ। ਇਹਦੀ ਜਿਹੜੀ ਲੋਕੇਸ਼ਨ ਆ, ਜੈਕ ਆਪਣਾ ਸੈਕਿੰਡ ਲਾਸਟ ਪੈਸੇਜ 'ਚ ਜ਼ਿਕਰ ਹੋਇਆ ਜੈਕ ਦਾ। ਸੋ ਇਹਦੀ ਲੋਕੇਸ਼ਨ ਸੀ ਜੈਕ ਜੋ ਦੀ ਯੂਨੀਵਰਸਿਟੀ ਵਗੈਰਾ ਦੱਸਿਆ ਇਸ ਅਨਕਨਵਿੰਸਡ ਹੁੰਦਾ ਕਿ ਸਹਿਮਤ ਨਹੀਂ ਹੈਗਾ ਬਾਈ ਤਹਿਰਾਨੀਜ਼ ਵਿਊ ਔਨ ਫੈਰੀ ਟੇਲ, ਯਾਨੀ ਕਿ ਫੈਰੀ ਟੇਲ ਦੇ ਤਹਿਰਾਨੀ ਦੇ ਵਿਊ ਤੇ ਸਹਿਮਤ ਨਹੀਂ ਹੈਗਾ। ਤਹਿਰਾਨੀ ਦਾ ਕੀ ਵਿਊ ਆ ਕਿ ਜਿਹੜਾ ਉਹਦੇ ਵਿੱਚ ਡਰ ਹੈਗਾ ਆ, ਸਟੋਰੀ ਵਿੱਚ ਡਰ ਆ, ਉਹਨਾਂ ਦੇ ਸਰਵਾਈਵਲ ਦਾ ਕਾਰਨ ਹੈਗਾ, ਉਹ ਇੰਪੋਰਟੈਂਟ ਮੰਨਦਾ ਡਰ ਨੂੰ। ਇਹ ਕੀ ਕਹਿੰਦਾ, ਈਵਨ ਇਫ ਦੇਰ ਆਰ ਜੈਰੂਸਲਮ ਦਾ ਮੈਨੂੰ ਖੈਰ ਡਾਇਰੈਕਟ ਮੀਨਿੰਗ ਨਹੀਂ ਪਤਾ ਹੈਗਾ, ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਪਾਉਣ ਦੀ, ਵੀਡੀਓ ਦੇ ਵਿੱਚ ਹੀ ਪਾਉਣ ਦੀ। ਮੇਰੀ ਪ੍ਰੋਨਾਂਸੀਏਸ਼ਨ ਵੀ ਸਹੀ ਨਾ ਹੋਵੇ ਇਸ ਸ਼ਬਦ ਨੂੰ ਪ੍ਰੋਨਾਂਸ ਕਰਦੇ, ਪਹਿਲੀ ਵਾਰ ਦੇਖਿਆ ਹੈਗਾ। ਈਵਨ ਇਫ ਦੇ ਆਰ ਜੈਰੂਸਲਮ ਦੇ ਵੋਂਟ ਦਾ ਮਤਲਬ ਹੁੰਦਾ ਵਿਲ ਨਾਟ, ਜਿਹੜਾ ਇਹ ਵੋਂਟ ਪਾਇਆ ਇਹਨੂੰ ਵਿਲ ਨਾਟ ਕਹਿੰਦੇ ਨੇ, ਸ਼ਾਰਟ 'ਚ ਇਹਨੇ ਵੋਟ ਲਿਖਿਆ। ਦੇ ਵੋਂਟ ਸਟਿਕ ਅਨਲੈਸ ਦੇ ਮੈਟਰ, ਯਾਨੀ ਕਿ ਜਿਹੜਾ ਉੱਪਰ ਸ਼ਬਦ ਯੂਜ਼ ਹੋਇਆ ਜੀ, ਉੱਥੇ ਮੈਨੂੰ ਪਤਾ ਲੱਗੇਗਾ ਇਹਦਾ ਮਤਲਬ ਹੌਰਰ ਜਾਂ ਕੋਈ ਡਰ ਦੀ ਗੱਲ ਕਰ ਰਿਹਾ ਹੈਗਾ। ਈਵਨ ਇਫ ਦੇ ਆਰ ਜੈਰੂਸਲਮ ਦੇ ਵੋਂਟ ਸਟਿਕ ਅਨਲੈਸ ਦੇ ਮੈਟਰ। ਹੁਣ ਜੇ ਆਪਾਂ ਆਪਸ਼ਨਸ ਤੇ ਆਈਏ, ਆਪਸ਼ਨਸ ਕੀ ਕਹਿੰਦੇ ਨੇ, ਤਹਿਰਾਨੀ ਇਗਨੋਰਸ ਕੀ ਚੇਂਜਸ ਇਨ ਦ ਰੋਲ ਆਫ ਵੂਮਨ। ਇਹ ਜੀ ਕੋਈ ਗੱਲ ਨਹੀਂ ਹੋਈ ਹੈਗੀ। ਤਹਿਰਾਨੀ ਇਗਨੋਰਸ ਦ ਕੀ ਚੇਂਜਸ ਇਨ ਦ ਰੋਲ ਆਫ ਦ ਵੂਮਨ। ਅੱਗੇ ਜ਼ਰੂਰ ਗੱਲ ਕਰੀਏ, ਕਈ ਬੱਚੇ ਨੇ ਤਾਂ ਇਹ ਬੇਸਿਕ ਲਾਇਆ ਹੋਵੇ, ਪਰ ਇੱਥੇ ਗੱਲ ਸੁਜੈਸਟ ਦੀ ਹੋ ਰਹੀ ਹੈ ਕਿ ਸੁਜੈਸਟ ਕੀ ਕਰ ਰਿਹਾ ਹੈਗਾ। ਤਹਿਰਾਨੀ ਇਗਨੋਰਸ ਕੀ ਚੇਂਜਸ ਇਨ ਦ ਰੋਲ ਆਫ ਦ ਵੂਮਨ, ਤਾਂ ਇਹ ਆਪਸ਼ਨ ਲੱਗੂਗੀ ਤੁਹਾਨੂੰ, ਪਰ ਇਹ ਹੈ ਨਹੀਂ। ਸਟੋਰੀਜ਼ ਵਿਚ ਆਰ ਟੂ ਹੌਰਿਫਿਕ ਆਰ ਨਾਟ ਆਲਵੇਜ਼ ਟੇਕਨ ਸੀਰੀਅਸਲੀ, ਜਿਹੜੀਆਂ ਸਟੋਰੀਜ਼ ਬਹੁਤ ਜ਼ਿਆਦਾ ਡਰਾਵਨੀਆਂ ਨੇ, ਨਾਟ ਆਲਵੇਜ਼ ਟੇਕਨ ਸੀਰੀਅਸਲੀ, ਉਹਨਾਂ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਇਹ ਵੀ ਇਹਦਾ ਅਸਰ ਨਹੀਂ ਹੈਗਾ, ਖੈਰ ਸਿੱਧਾ ਨਹੀਂ ਮਤਲਬ ਹੋ ਰਿਹਾ ਕਿਤੇ ਵੀ। ਤਹਿਰਾਨੀ ਓਵਰ ਐਮਫਸਾਈਜ਼ ਦ ਇੰਪੋਰਟੈਂਸ ਆਫ ਵਾਇਲੈਂਸ ਇਨ ਦ ਸਟੋਰੀ, ਜਿਹੜਾ ਤਹਿਰਾਨੀ ਹੈ ਉਹ ਬਹੁਤ ਜ਼ਿਆਦਾ ਐਮਫਸਾਈਜ਼ ਕਰ ਰਿਹਾ ਸਟੋਰੀ ਦੇ ਉੱਤੇ, ਸਟੋਰੀ ਵਿੱਚ ਵਾਇਲੈਂਸ ਦੇ ਉੱਤੇ। ਫੀਚਰਸ ਆਫ ਸਟੋਰੀਜ਼ ਓਨਲੀ ਸਰਵਾਈਵ ਇਫ ਦੇ ਹੈਵ ਅ ਡੀਪਰ ਸਿਗਨੀਫਿਕੈਂਸ, ਇਹ ਉਹਦਾ ਸੁਜੈਸ਼ਨ ਆ। ਇਹਦੇ ਬਾਰੇ ਗੱਲ ਜ਼ਰੂਰ ਹੋਈ ਹੈ, ਤਿੰਨਾਂ ਬਾਰੇ ਗੱਲ ਹੋਈ ਹੈਗੀ ਹੈ, ਕਨਫਿਊਜ਼ਿੰਗ ਸੀ ਬਹੁਤ ਜ਼ਿਆਦਾ, ਪਰ ਇੱਥੇ ਸੁਜੈਸਟ ਤੇ ਜਾਣਾ ਹੈਗਾ। ਉਹ ਸੁਜੈਸਟ ਕੀ ਕਰਦਾ, ਫੀਚਰਸ ਆਫ ਦ ਸਟੋਰੀ ਓਨਲੀ ਸਰਵਾਈਵ ਇਫ ਦੇ ਹੈਵ ਅ ਡੀਪਰ ਸਿਗਨੀਫਿਕੈਂਸ, ਜੇ ਉਹਦਾ ਡੀਪਰ ਸਿਗਨੀਫਿਕੈਂਸ ਹੈਗਾ ਆ, ਇਸੇ ਲਈ ਉਹ ਸਰਵਾਈਵ ਕਰਦੀਆਂ ਹੈਗੀਆਂ ਨੇ। ਈਵਨ ਇਫ ਦੇ ਆਰ ਜੈਰੂਸਲਮ ਦੇ ਵੋਂਟ ਸਟਿਕ ਅਨਲੈਸ ਦੇ ਮੈਟਰ। ਠੀਕ ਹੈ ਜੀ। ਸੋ ਕਨਫਿਊਜ਼ਿੰਗ ਸੀ, ਇਹਦੇ ਤਿੰਨੇ ਆਪਸ਼ਨਾਂ ਨੂੰ ਕ੍ਰਾਸ ਲਗਾਉਣਾ ਬੜਾ ਔਖਾ ਸੀ,
मे बी कई बच्चे ने आंसर ए भी लगा सकते हैं, असल च आंसर की है डी है। नेक्स्ट इज वाई डज तेहरानी रेफर टू चाइनीज एंड जैपनीज फैरी टेल। भी तेहरानी ते जैपनीज तेहरानी ने जैपनीज स्टोरी का जिक्र क्यों करें। ਹੁਣ ਜਿਹੜਾ ਜੈਕ ਆ ਉਹ ਕਹਿ ਰਿਹਾ ਹੈਗਾ ਕਿ ਜਿਹੜਾ ਫੈਰੀ ਟੇਲ ਦੇ ਵਿੱਚ ਵਾਇਲੈਂਸ ਆ ਉਹ ਖਾਸ ਮੈਟਰ ਨਹੀਂ ਕਰਦਾ। ਹੀ ਬਿਲੀਵਸ ਦ perennial ਦਾ ਪੁਰਾਣਾ ਥੀਮ ਆਫ ਦ ਵੂਮਨ ਐਜ਼ ਵਿਕਟਿਮ ਇਨ ਸਟੋਰੀਜ਼ ਲਾਈਕ ਲਿਟਲ ਰੈਡ ਰਾਈਡਿੰਗ ਵੁੱਡ ਐਕਸਪਲੇਨ ਵਾਈ ਦੇ ਕੰਟੀਨਿਊ ਟੂ ਫੀਲ ਰੈਲੇਵੈਂਟ। ਕਿ ਉਹਦੇ ਵਿੱਚ ਜਿਹੜੀ ਲੜਕੀ ਸੀ ਉਹ ਇੱਕ ਵਿਕਟਿਮ ਸੀ, ਵੁਲਫ ਉਹ ਯਾਨੀ ਕਿ ਹਰਾਸ ਕਰ ਰਿਹਾ ਸੀ ਇੱਕ ਤਰ੍ਹਾਂ ਦਾ, ਤਾਂ ਉਹ ਕਹਿੰਦਾ ਇਸ ਕਰਕੇ ਉਹ ਇੰਪੋਰਟੈਂਟ ਸੀ, ਰੈਲੇਵੈਂਟ ਲੱਗ ਰਹੀ ਸੀ। ਬਟ ਤਹਿਰਾਨੀ ਪੁਆਇੰਟਸ ਆਊਟ, ਪਰ ਤਹਿਰਾਨੀ ਉਹ ਤੋਂ ਉਲਟ ਹੋ ਗਿਆ। ਉਹਨੇ ਕੀ ਕਿਹਾ, ਪੁਆਇੰਟ ਆਊਟ ਦੈਟ ਆਲਦੋ ਦਿਸ ਇਜ਼ ਆਫਨ ਦ ਕੇਸ ਦੈਟ ਵੈਸਟਰਨ ਵਰਜਨ, ਯਾਨੀ ਕਿ ਉਹ ਤਹਿਰਾਨੀ ਕਹਿ ਰਿਹਾ ਕਿ ਵੈਸਟਰਨ ਜਿਹੜੀਆਂ ਸਟੋਰੀਜ਼ ਨੇ ਉਹਨਾਂ ਵਿੱਚ, ਵੈਸਟਰਨ ਵਰਜਨ ਸਟੋਰੀ ਵਿੱਚ ਤਾਂ ਇਹ ਚੀਜ਼ ਹੈਗੀ ਹੈ ਕਿ ਵੂਮਨ ਨੂੰ ਵਿਕਟਮ ਦਿਖਾਇਆ ਗਿਆ। ਇਨ ਚਾਈਨੀਜ਼ ਐਂਡ ਜੈਪਨੀਜ਼ ਵਰਜਨ ਅਦਰ ਨੋਨ ਐਜ਼ ਦ ਟਾਈਗਰ ਗ੍ਰੈਂਡ ਮਦਰ, ਕਈਆਂ ਵਿੱਚ ਯਾਨੀ ਕਿ ਉਹਨੂੰ ਟਾਈਗਰ ਗ੍ਰੈਂਡ ਮਦਰ ਦਿਖਾਇਆ ਗਿਆ ਹੈਗਾ। ਦ ਵਿਲਨ ਇਜ਼ ਅ ਵੂਮਨ, ਜਿਹਦੇ ਵਿੱਚ ਵਿਲਨ ਕਿਸੇ ਵੂਮਨ ਸੀ। ਐਂਡ in both Iranian Iran and Nigerian the victim is boy, ਤਾਂ ਕੁਛ ਜਿਹੜੇ ਨਾਈਜੀਰੀਅਨ ਸੀ ਉਹਦੇ ਵਿੱਚ ਕੀ ਸੀ, ਜਿਹੜਾ ਵਿਕਟਮ ਸੀ ਬॉय ਦਿਖਾਇਆ ਗਿਆ। ਯਾਨੀ ਕਿ ਜਿਹੜੇ ਚਾਈਨੀਜ਼ ਤੇ ਜੈਪਨੀਜ਼ ਵਰਜਨ ਆ ਇਸ ਸਟੋਰੀ ਦਾ ਲਿਟਲ ਰੈਡ ਰਾਈਡਿੰਗ ਹੁੱਡ ਦਾ, ਉਹਦੇ ਵਿੱਚ ਜਿਹੜੀ ਵਿਲਨ ਉਹ ਵੂਮਨ ਦਿਖਾਈ ਗਈ ਹੈ। ਯਾਨੀ ਕਿ ਉਹ ਬੰਦਾ ਕਹਿ ਰਿਹਾ ਹੈਗਾ ਕਿ ਜਿਹੜੇ ਵੂਮਨ ਨੇ ਉਹ ਵਿਕਟਮ ਹੋਣ ਕਰਕੇ ਰੈਲੇਵੈਂਟ ਦਿਖਾਇਆ ਗਿਆ ਹੈਗਾ। ਹੁਣ ਆਪਾਂ ਇਹਦੇ ਵਿੱਚ ਯਾਨੀ ਕਿ ਦਿਖਾਉਣ ਦਾ ਮਕਸਦ ਕੀ ਹੋਇਆ, ਉਹਨੇ ਤਹਿਰਾਨੀ ਨੇ ਇਹਨਾਂ ਦਾ ਜ਼ਿਕਰ ਕਿਉਂ ਕਰਿਆ, to indicate that Jack Gibbs theory is incorrect। ਇਹਦਾ ਅਸਰ ਹੋ ਸਕਦਾ to suggest that crime is a global problem, ਇਹਦੀ ਕੋਈ ਗੱਲ ਨਹੀਂ ਹੋਈ। to imply that all fairy tales have similar meaning, ਇਹਦੀ ਵੀ ਕੋਈ ਗੱਲ ਨਹੀਂ ਹੋਈ। to add more evidence to the Jack Gibbs idea, ਇਹਦੇ ਵੀ ਉਲਟ ਗੱਲ ਕਰ ਰਿਹਾ। ਤਾਂ ਇਹਦਾ ਅਸਰ ਕੀ ਹੋਇਆ, ਇਹ ਆਂਸਰ ਹੋ ਗਿਆ to indicate that Jack Gibbs theory is incorrect। ਠੀਕ ਹੈ, ਤੇ ਲਾਸਟ ਇਜ਼ what does Mithras Clinton believe about fairy tales। ਉਹ ਕੀ ਬਲੀਵ ਕਰਦਾ ਹੈਗਾ, ਜਿਹੜਾ ਨਿਊ ਰਿਸਰਚਰ ਆਇਆ ਮਿਥਾਸ ਅਬਾਊਟ, ਹੁਣ ਕੀ ਬਲੀਵ ਕਰਦਾ ਹੈਗਾ। ਲਾਸਟ ਪੈਸੇਜ 'ਚ ਜਿਹੜਾ ਨਿਊ ਸਾਇੰਟਿਸਟ ਹੈਗਾ ਇਹਦੀ ਗੱਲ ਹੋਈ ਆ। ਸੋ ਲੋਕੇਸ਼ਨ ਬੜੀ ਸਪੈਸੀਫਿਕ ਆ, ਇਹਦੇ ਵਿੱਚੋਂ ਆਪਾਂ ਸਮਝ ਕੇ ਲੋਕੇਸ਼ਨ ਕੱਢਣੀ ਹੈਗੀ ਆ। ਮਿਥਾਸ ਕਲਿੰਟਨ ਜੋ ਵੀ ਇਹਦੀ isn't surprised by Tehrani's finding, ਉਹਦੇ ਨਾਲ ਸਰਪ੍ਰਾਈਜ਼ ਨਹੀਂ ਹੋਇਆ ਤਹਿਰਾਨੀ ਦੇ ਫਾਈਂਡਿੰਗ ਨਾਲ। habits and moral change, but the things that scare us, the fact that we seek out entertainment that is designed to scare us। ਉਹ ਕਹਿੰਦਾ ਜਿਹੜਾ entertainment ਹੈਗਾ ਉਹੀ ਯਾਨੀ ਕਿ ਆਪਾਂ ਦੇਖਦੇ ਹੈਗੇ ਜਿਹੜਾ ਸਾਨੂੰ ਡਰਾਉਂਦਾ ਹੈਗਾ ਉਹ ਵੀ ਸਾਡੇ entertainment ਦਾ ਕਾਰਨ ਬਣਦਾ ਹੈਗਾ। those are constant, he says। Clinton believes that, ਇੱਥੋਂ ਇਹਦਾ ਆਨਸਰ ਸਟਾਰਟ ਹੁੰਦਾ ਹੈਗਾ ਜੋ ਆਪਣਾ ਲਾਸਟ MCQ ਦਾ। Clinton believes that scary stories teaches us what it feels like to believe afraid without having experience and real danger, so build up a resistance to the narrative emotions। so ਜਿਹੜੇ fairy tales ਨੇ, Clinton believes that scary stories teach us, ਸਾਨੂੰ teach ਕਰਦੀਆਂ ਹਨ what it feels like to be afraid, ਕਿ ਆਪਾਂ ਕਿਸ ਤਰ੍ਹਾਂ ਦਾ ਆਪਾਂ ਫੀਲ ਕਰਾਂਗੇ ਜਦੋਂ ਆਪਾਂ ਡਰੇ ਹੋਈਏ, ਵਿਦਾਊਟ ਹੈਵਿੰਗ ਐਕਸਪੀਰੀਅੰਸ ਆਫ ਰੀਅਲ ਡੇਂਜਰ, ਤੇ ਵਿਦਾਊਟ ਰੀਅਲ ਡੇਂਜਰ ਨੂੰ ਐਕਸਪੀਰੀਅੰਸ ਕਰੇ ਬਿਨਾਂ। ਠੀਕ ਹੈ ਜੀ, ਹੁਣ ਆਪਾਂ ਜੇ ਆਪਸ਼ਨਾਂ ਤੇ ਆਈਏ, ਦੇ ਆਰ ਅ ਸੇਫ ਵੇ ਆਫ ਲਰਨਿੰਗ ਟੂ ਡੀਲ ਵਿਦ ਫੀਅਰ। ਠੀਕ ਹੈ, ਇਹਦਾ ਆਨਸਰ ਹੋ ਸਕਦਾ ਸੇਫ ਵੇ ਹੈਗਾ। ਦੇ ਆਰ ਦ ਸੇਫ ਵੇ ਆਫ ਲਰਨਿੰਗ ਟੂ ਡੀਲ with fear। they are a type of entertainment that some people avoid, ਇਹਦੀ ਵੀ ਕੋਈ ਗੱਲ ਨਹੀਂ ਹੋਈ। they reflect the changing values of our society, ਇਹਦੀ ਵੀ ਕੋਈ ਗੱਲ ਨਹੀਂ ਹੋਈ। they reduce our ability to deal with the real world problem, ਇਹਦੀ ਵੀ ਕੋਈ ਗੱਲ ਨਹੀਂ ਹੋਈ। ਤਾਂ ਸੋ ਜੋ ਮੋਸਟ ਰੈਲੇਵੈਂਟ ਗੱਲ ਹੋਈ ਹੈ ਉਹ ਲਾਸਟ ਆਪਸ਼ਨ ਹੈਗੀ ਆ, they are a safe way of deal with the fear। they are the safe way of dealing they are the safe way of learning to deal with fear। ਠੀਕ ਹੈ, ਸੋ ਲਰਨਿੰਗ ਮਤਲਬ ਟੀਚ ਗੱਲ ਕਰ ਰਹੇ ਸੀ, ਜਦੋਂ ਆਪਾਂ ਲਰਨ ਦੀ ਗੱਲ ਕਹਿਤੀ ਤਾਂ ਇਸੇ ਕਰਕੇ ਇਸ
ਲੋਕੇਸ਼ਨ ਦੇ ਵਿੱਚ ਇਹਦਾ ਆਨਸਰ ਸੀ। ਸੋ ਦੈਟਸ ਆਲ ਫॉर ਦਾ ਰੀਡਿੰਗ। ਆਈ ਹੋਪ ਕਿ ਤੁਹਾਨੂੰ ਸਾਰੇ ਕੁਐਸਚਨ ਦੇ ਆਨਸਰ ਸਮਝ ਆ ਗਏ ਹੋਣਗੇ। ਇਨ ਕੇਸ ਜੇ ਤੁਹਾਨੂੰ ਕੋਈ ਆਨਸਰ ਨਹੀਂ ਸਮਝ ਆਇਆ, ਯੂ ਕੈਨ ask me in the comment box below. So thanks very much to watching this video up to the end.